गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुरु गुरबाणी गुरु विच जो सानू उपदेश बख्शिश करते हैं, ਆਪਾਂ ਨੂੰ ਸਮਝਾਉਂਦੇ कि इस संसार ਦੇ ਵਿੱਚ ਜਿਹੜਾ भी जीव आया है उसने इथों वापस जाना ही जाना। ਸਮਾਂ ਸਵਾਸਾਂ ਦਾ ਧਨ ਸਾਡੇ ਮਨ ਨੂੰ ਦਿੱਤਾ ਜਾਂਦਾ ਗਿਣਤੀ ਦਾ, ਤੇ ਉਹ ਜਿਹੜਾ ਸਮਾਂ ਹੈ ਉਹ ਇੱਕ ਦਿਨ ਖਤਮ ਹੋਣਾ। ਹੁਣ ਕਈ ਐਸੇ ਰਿਸ਼ੀ ਮੁਨੀ ਵੀ ਹੋਏ ਜਿਨ੍ਹਾਂ ਦੀਆਂ ਗੁਰਬਾਣੀ ਗੁਰੂ ਵਿੱਚ ਸਾਨੂੰ ਫਿਰ ਮਿਸਾਲਾਂ ਦਿੱਤੀਆਂ। ਜਿਵੇਂ ਇੱਕ ਰਿਸ਼ੀ ਹੋਇਆ ਮਾਰਕੰਡ, ਤੇ ਉਸਨੇ ਵਰ ਲਿਆ ਸੀ, ਭਗਤੀ ਕਰਦਾ ਸੀ ਤੇ ਅੱਗੇ ਵਰ ਲੈ ਲੈਂਦੇ ਸੀ। ਉਸਨੇ ਵਰ ਇਹ ਲਿਆ ਵੀ ਮੈਂ ਜਦੋਂ ਪਰਲੋਂ ਆਉਂਦੀ ਹੈ ਵੀ ਉਹ ਮੈਂ ਪਰਲੋਂ ਦੇਖਣੀ ਚਾਹੁੰਦਾ ਵੀ ਦੁਨੀਆ ਕਿਵੇਂ ਖਤਮ ਹੁੰਦੀ। ਤੇ ਉਸ ਨੂੰ ਵਰ ਮਿਲਿਆ ਸੀ ਵੀ ਤੂੰ ਪਰਲੋਂ ਦੇਖੇਂਗਾ ਵੀ ਕਿਵੇਂ ਦੁਨੀਆ ਖਤਮ ਹੁੰਦੀ, ਕਿਵੇਂ ਮਹਾਂਪਰਲੋਂ ਆਉਂਦੀ। ਤੇ ਉਸ ਨੂੰ ਪਤਾ ਵੀ ਸੀ ਵੀ ਜਦ ਤੱਕ ਪਰਲੋਂ ਨਹੀਂ ਆਉਂਦੀ ਵੀ ਉਹਨਾਂ ਸਮਾਂ ਮੈਂ ਮਰਦਾ ਨਹੀਂ, ਵੀ ਮੈਂ ਦੇਖ ਕੇ ਮਰਨਾ ਉਸ। ਪਰ ਫਿਰ ਵੀ ਉਸਨੇ ਕੀ ਕੀਤਾ, ਉਹਨੇ ਕੋਈ ਪੱਕਾ ਮਕਾਨ ਨਹੀਂ ਬਣਾਇਆ, ਉਹਨੇ ਕੋਈ ਸਿਰਫ ਉਹਨੇ ਕੱਖਾਂ ਕਾਨਿਆਂ ਦੀ ਇੱਕ ਕੁੱਲੀ ਬਣਾਈ ਤੇ ਉਹਦੇ ਵਿੱਚ ਹੀ ਉਹਨੇ ਆਪਦਾ ਜਿਹੜਾ ਸਾਰਾ ਸਮਾਂ ਸੀ ਉਹ ਬਤੀਤ ਕੀਤਾ, ਗੁਜ਼ਾਰਿਆ।
ਤੇ ਮਹਾਰਾਜ ਨੇ ਗੁਰਬਾਣੀ 'ਚ ਫਿਰ ਉਸ ਮਾਰਕੰਡੇ ਦੀ ਮਿਸਾਲ ਦਿੱਤੀ ਬਈ ਉਹਨੂੰ ਪਤਾ ਵੀ ਸੀ ਵੀ ਮੈਂ ਜਦ ਤੱਕ ਪਰਲੋਂ ਨਹੀਂ ਆਉਂਦੀ ਉਹਨਾਂ ਸਮਾਂ ਮਰਦਾ ਨਹੀਂ, ਪਰ ਫਿਰ ਵੀ ਉਹਨੇ ਕੱਖਾਂ ਕਰਨਿਆਂ ਦੀ ਤ੍ਰਿਣ ਦੀ ਉਹ ਗੁੱਲੀ ਬਣਾ ਕੇ ਉਹਦੇ 'ਚ ਸਮਾਂ ਗੁਜ਼ਾਰਿਆ। ਤੇ ਇਸ ਸੰਸਾਰ ਦੇ ਵਿੱਚ ਜੀਵ ਪਤਾ ਵੀ ਨਹੀਂ ਵੀ ਮੈਂ ਕਦੋਂ ਇੱਥੋਂ ਵਾਪਸ ਚਲਿਆ ਜਾਣਾ, ਪਰ ਫਿਰ ਵੀ ਉਹ ਗਹਿਰੀ ਕਰਕੇ ਨਿਉਆਂ ਖਦਾਈ ਉੱਪਰ ਵੱਡੇ ਵੱਡੇ ਮੰਡਪ, ਵੱਡੇ ਵੱਡੇ ਮਹਿਲ ਉਸਾਰਦਾ। ਤੇ ਮਹਾਰਾਜ ਨੇ ਫਿਰ ਗੁਰਬਾਣੀ ਗੁਰੂ ਵਿੱਚ ਮਿਸਾਲ ਦਿੱਤੀ, ਸਾਨੂੰ ਸਮਝਾਇਆ। ਰਮਾਉਂਦੇ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਈ, ਮਾਰ ਕੰਡੇ ਤੇ ਕੋ ਅਧਕਾਈ, ਜਨ ਤ੍ਰਿਣ ਧਰਮ ਮੁੰਡ ਬੁਲਾਈ। ਬਈ ਮਾਰ ਕੰਡੇ ਤੋਂ ਜ਼ਿਆਦਾ ਤਾਂ ਕਿਸੇ ਦੀ ਉਮਰ ਹੋ ਨਹੀਂ ਸਕਦੀ, ਵੀ ਉਹਦੀ ਇੰਨੀ ਲੰਮੀ ਆਰਜੂ, ਇੰਨੀ ਲੰਬੀ ਉਮਰ ਸੀ ਉਹਦੀ, ਵੀ ਜਦ ਤੱਕ ਪਰਲੋਂ ਨਹੀਂ ਆਉਂਦੀ ਉਹ ਰਿਹਾ। ਤੇ ਉਹ ਜਦੋਂ ਪਰਲੋਂ ਆਈ ਫਿਰ ਉਹ ਤੋਂ ਬਾਅਦ ਚੋਂ ਫਿਰ ਉਹ ਦੇਖ ਕੇ ਪਰਲੋਂ ਫਿਰ ਗਿਆ। ਤੇ ਸਤਿਗੁਰੂ ਕਹਿੰਦੇ ਵੀ ਉਹਨੇ ਆਪਣੇ ਸਿਰ ਤੇ ਉਹ ਤ੍ਰਿਣ ਦੀ ਇੱਕ ਉਹ ਕੁਲੀ ਬਣਾ ਕੇ, ਝੌਂਪੜੀ ਬਣਾ ਕੇ ਉਹਦੇ 'ਚ ਹੀ ਉਹ ਸਮਾਂ ਲੰਘਾਇਆ ਉਸਨੇ, ਕਿਉਂਕਿ ਉਹਨੂੰ ਪਤਾ ਸੀ ਵੀ ਕਿਹੜਾ ਇੱਥੇ ਸਦਾ ਰਹਿਣਾ, ਜਾਣਾ ਤਾਂ ਹੈਗਾ ਹੀ ਹੈਗਾ। ਪਰ ਹੁਣ ਸਤਿਗੁਰੂ ਕਹਿੰਦੇ ਬਈ ਸੰਸਾਰ ਦੇ ਵਿੱਚ ਜੀਵਨ ਨੂੰ ਇਹ ਭੁੱਲਿਆ ਹੋਇਆ, ਬਈ ਉਹ ਸਮਝਦਾ ਵੀ ਮੈਂ ਕਿਹੜਾ ਇੱਥੋਂ ਜਾਣਾ, ਇਸ ਕਰਕੇ ਗਹਿਰੀਆਂ ਨੀਹਾਂ ਕਰਕੇ ਉੱਪਰ ਵੱਡੇ ਵੱਡੇ ਮਹਿਲ ਉਸਾਰਨ ਲੱਗਿਆ ਹੋਇਆ। ਤੇ ਉਹਦੇ ਵਿੱਚ ਫਿਰ ਰਹਿੰਦਾ ਹੋਇਆ ਹਉਮੈ ਹੰਕਾਰ ਉਹ ਬੜਾ ਕਰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਇਹ ਪਤਾ ਨਹੀਂ ਕਿੰਨੇ ਕੁ ਇੱਥੇ ਸੰਸਾਰ 'ਚ ਆਏ, ਕਿੰਨੇ ਕੁ ਮਹਿਲ ਮਾੜੀਆਂ ਮੰਡਪ ਉਸਾਰਦੇ ਹੋਏ ਚਲੇ ਗਏ, ਤੇ ਸਾਰਾ ਕੂੜ ਹੀ ਇਕੱਠਾ ਕਰਦੇ ਰਹੇ। ਜੋ ਨਾਮ ਧਨ ਕੱਟਣਾ ਸੀ ਉਹ ਨਾ ਕੱਟਿਆ ਤੇ ਆਪਦੇ ਜੀਵਨ ਦਾ ਲਾਹਾ ਨਾ ਲਿਆ। ਮਾਰੇ ਫਰਮਾਉਂਦੇ ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰਿੰਦੇ ਭੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਈ ਪਈ। ਵੀ ਮਹਿਲ ਮਾੜੀਆਂ ਇੱਥੇ ਜੀਵ ਉਸਾਰਦੇ ਹੋਏ ਵੱਡੇ ਵੱਡੇ ਚਲੇ ਗਏ। ਇਹ ਸਾਰਾ ਕੂੜ ਹੀ ਇਕੱਠਾ ਕਰਦੇ ਰਹੇ, ਨਾਮ ਦਾ ਭੇਤ ਨਾ ਲਿਆ, ਸੋਝੀ ਨਾ ਲਈ। ਸੋ ਐਸੀ ਅਵਸਥਾ ਦੇ ਵਿੱਚ ਫਿਰ ਮਹਾਰਾਜ ਕਹਿੰਦੇ ਵੀ ਅਸੀਂ ਇੱਥੇ ਸਦਾ ਨਹੀਂ ਰਹਿਣਾ, 2.5 ਦਿਨਾਂ ਦੇ ਜੀਵ ਇੱਥੇ ਜਿੰਦ ਪਰਾਉਣੀ। ਤੇ ਨਾਂ ਰੱਖਿਆ ਮਾਨਸ, ਮਿੱਟੀ ਦੇ ਪੁਤਲੇ। ਤੇ ਇਥੇ ਜੀਵ ਹਉਮੈ ਹੰਕਾਰ ਦੇ ਵਿੱਚ ਲੱਗਿਆ ਹੋਇਆ ਵੱਡਾ ਵੱਡਾ, ਵੀ ਮੈਂ ਆ ਵੀ ਕੱਟ ਲਾਂ, ਮੈਂ ਆ ਵੀ ਕਰ ਲਾਂ, ਆ ਵੀ ਮੇਰਾ ਹੋ ਜੇ, ਆ ਵੀ ਮੇਰਾ ਹੋ ਜੇ। ਤੇ ਸਤਿਗੁਰੂ ਫਰਮਾਉਂਦੇ ਕਬੀਰ ਮਾਟੀ ਕੇ ਹਮ ਪੁਤਰੇ, ਮਾਨਸ ਰਾਖਿਓ ਨਾਉ। 2.5 ਦਿਵਸ ਕੇ ਪਹੁਣੇ ਵੱਡ ਵੱਡ ਰੁੱਦੇ ਠਾਓ। ਵੀ ਇੱਥੇ ਸਦਾ ਤਾਂ ਰਹਿਣਾ ਨਹੀਂ, ਪਰ ਫਿਰ ਵੀ ਜੀਵ ਹਉਮੈ ਹੰਕਾਰ ਦੇ ਵਿੱਚ ਮੇਰੀ ਮੇਰੀ ਕਰਦਾ ਹੋਇਆ ਗਾਂਹ ਦੀਆਂ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ। ਪਹਿਲਾਂ ਜੀਵ ਕਰੋ ਘੱਟ ਹੁੰਦਾ, ਫਿਰ ਹੋਰ ਹੋ ਗਿਆ, ਉਸ ਤੋਂ ਗਾਂਹ ਹੋਰ, ਹੋਰ ਦੀ ਹੋਰ, ਅੱਗੇ ਦੀ ਅੱਗੇ। ਜਿਵੇਂ ਮਹਾਰਾਜ ਕਹਿੰਦੇ ਵੀ ਪਹਿਲਾਂ ਜੀਵ ਲੱਖਾਂ ਇਕੱਠੇ ਕਰ ਲਏ, ਫਿਰ ਕਰੋੜਾਂ, ਫਿਰ ਅਰਬਾਂ, ਫਿਰ ਉਹ ਗਾਂਹ ਤ੍ਰਿਸ਼ਨਾ ਹੋਰ ਵੱਧ ਗਈ ਅੱਗੇ ਦੀ ਅੱਗੇ, ਉਹ ਖਤਮ ਨਹੀਂ ਹੁੰਦੀ।
ਸਤਿਗੁਰੂ ਫਰਮਾਉਂਦੇ ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਕੋਹੀ ਲੂਝੀ ਹੈ। ਬਈ ਜੀਵ ਨੇ ਪਹਿਲਾਂ ਲੱਖਾਂ ਕਰੋੜਾਂ ਅਰਬਾਂ ਇਕੱਠੇ ਕਰ ਲਏ, ਉਹ ਹੋਰ ਤ੍ਰਿਸ਼ਨਾ ਵੱਧ ਗਈ ਅੱਗੇ। ਤੇ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਜੀਵ ਦੀ ਭੁੱਖ ਹੈ ਜਿਹੜੀ, ਇਹ ਭੁੱਖ ਖਤਮ ਨਹੀਂ ਹੁੰਦੀ ਇਸ ਸੰਸਾਰ ਦੀ ਧਨ ਦੌਲਤ ਨਾਲ, ਸੰਸਾਰ ਦੀਆਂ ਜ਼ਮੀਨ ਜਾਇਦਾਦਾਂ ਦੇ ਨਾਲ, ਸੰਸਾਰ ਦੇ ਵਿੱਚ ਕੋਠੀਆਂ ਮੰਡਪ ਮਹਿਲ ਬਣਾ ਕੇ ਉਸਾਰ ਕੇ, ਇਹ ਜੀਵ ਦੀ ਭੁੱਖ ਨਹੀਂ ਖਤਮ ਹੁੰਦੀ। ਕਿੰਨਾ ਵੀ ਉਹ ਪੁਰੀਆਂ ਦਾ ਮਾਲਕ ਬਣ ਜੇ, ਜਿਵੇਂ ਆਪਾਂ ਹੁਣ ਪਿੰਡ ਕਹਿ ਦਿੰਦੇ, ਅੱਗੇ ਪੁਰੀਆਂ ਕਹਿੰਦੇ ਸੀ। ਤੇ ਗੁਰੂ ਨਾਨਕ ਦੇਵ ਜੀ ਸਾਨੂੰ ਰੋਜ਼ ਫਰਮਾਉਂਦੇ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ। ਬਈ ਜਿਹੜਾ ਭੁੱਖਾ ਉਹ ਕਿੰਨਾ ਵੀ ਪੁਰੀਆਂ ਦਾ ਮਾਲਕ ਬਣ ਜੇ, ਕਿੰਨੀ ਵੀ ਉਹ ਜ਼ਮੀਨ ਜਾਇਦਾਦ ਇਕੱਠੀ ਕਰ ਲਈ, ਰਹਿਣਾ ਉਹਨੇ ਫੇਰ ਭੁੱਖੇ ਦਾ ਭੁੱਖਾ ਹੀ ਹੈ। ਤ੍ਰਿਸ਼ਨਾ ਉਹਦੀ ਫੇਰ ਨਹੀਂ ਮਿਟਣੀ, ਉਹ ਹੋਰ ਵੱਧ ਜਾਣੀ ਗਾ ਅੱਗੇ। ਵੀ ਜਿੰਨਾ ਹੈਗਾ ਉਹਦੇ ਤੇ ਸਬਰ ਨਹੀਂ, ਅੱਗੇ ਲੋਭ ਹੋਰ, ਵੀ ਆ ਨਾਲ ਦਾ ਉਹ ਵੀ ਮੇਰਾ ਹੋਣਾ ਚਾਹੀਦਾ। ਤੇ ਗਾਂ ਦੀ ਗਾਂ ਨਾਲ ਦੀ ਨਾਲ ਲੱਗੀ ਤਾਂ ਜਾਣਾ ਹੀ, ਉਹ ਤ੍ਰਿਸ਼ਨਾ ਇਸ ਕਰਕੇ ਵੱਧ ਹੀ ਜਾਣੀ। ਪਹਿਲਾਂ ਨਾਲ ਦੇ ਤੇ ਵੀ ਆਹ ਮੇਰਾ ਹੋ ਜੇ, ਫਿਰ ਉਹ ਗਾਂ ਨਾਲ ਹੋਰ ਕਿਸੇ ਦਾ ਲੱਗਦਾ, ਫਿਰ ਉਹ ਵੀ ਮੇਰਾ ਹੋ ਜੇ, ਉਹ ਤੋਂ ਗਾਂ ਨਾਲ ਹੋਰ ਕਿਸੇ ਦਾ ਲੱਗਦਾ, ਉਹ ਵੀ ਮੇਰਾ ਹੋ ਜੇ। ਉਹ ਅੱਗੇ ਦੀ ਅੱਗੇ ਫਿਰ ਤ੍ਰਿਸ਼ਨਾ ਜਿਹੜੀ ਇਹ ਜੀਵ ਦੀ ਭੁੱਖ ਹੈ ਜਿਹੜੀ, ਇਹ ਭੁੱਖ ਵੱਧਦੀ ਜਾਂਦੀ, ਭੁੱਖ ਮਿਟਦੀ ਨਹੀਂ ਹੈ ਜੀ ਨਾਲ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇੱਥੇ ਕਿੰਨੇ ਆਏ ਸੰਸਾਰ ਦੇ ਵਿੱਚ ਜੀਵ, ਕਿੰਨੇ ਹੀ ਇਹ ਮਹਿਲ ਮਾੜੀਆਂ ਉਸਾਰਦੇ ਚਲੇ ਗਏ, ਕੂੜਾ ਸੌਦਾ ਕਰਦੇ, ਇੱਥੋਂ ਕੂੜ ਕੱਟਦੇ, ਤੇ ਇੱਥੇ ਵੀ ਦੁਖੀ ਰਹੇ, ਤੇ ਵਾਪਸ ਫੇਰ ਗਾਂ ਜੂਨਾਂ 'ਚ ਜਾ ਕੇ ਹੋਰ ਦੁੱਖ ਭੋਗਦੇ। ਤੇ ਇਹ ਜਿਹੜੀ ਜ਼ਮੀਨ ਜਾਇਦਾਦ ਜਿਹਨੂੰ ਆਪਦੀ ਸਮਝਦੇ ਸੀ, ਉਹ ਸਾਰਾ ਕੁਛ ਇੱਥੇ ਹੀ ਰਹਿ ਜਾਂਦਾ। ਜਿਹਨੂੰ ਅੱਜ ਜੀਵ ਕਹਿੰਦਾ ਮੇਰੀ ਹੈ, ਕੱਲ੍ਹ ਉਹ ਕਿਸੇ ਦੀ ਹੋਰ ਸੀ। ਅੱਜ ਜਿਹਨੂੰ ਅਸੀਂ ਕਹਿੰਦੇ ਸਾਡੀ ਹੈ, ਪਹਿਲਾਂ ਕਿਸੇ ਦੀ ਹੋਰ ਸੀ। ਤੇ ਜਦੋਂ ਅਸੀਂ ਨਹੀਂ ਰਵਾਂਗੇ ਉਹ ਕਿਸੇ ਦੀ ਹੋਰ ਹੋ ਜਾਣੀ, ਤੇ ਉਹ ਤਾਂ ਇੱਥੇ ਦੀ ਇੱਥੇ ਹੀ ਰਹਿਣੀ। ਭਾਈਓ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਸੇਖ ਹਯਾਤੀ ਜਗ ਨਾ ਕੋਈ ਥਿਰ ਰਹੇ, ਜੈਸ ਆਸਣ ਹਮ ਵੈਸੇ ਕਿਤੇ ਵੈਸ ਗਿਆ। ਕਿ ਜਿਹਨੂੰ ਅਸੀਂ ਹੁਣ ਕਹਿੰਦੇ ਸਾਡਾ, ਪਤਾ ਨਹੀਂ ਇੱਥੇ ਕਿੰਨੇ ਗਾਏ, ਕਿੰਨੇ ਕੁ ਸਾਡੀ ਮੇਰੀ ਮੇਰੀ ਕਰਦੇ ਚਲੇ ਗਏ, ਤੇ ਫਿਰ ਉੱਥੇ ਦੀ ਉੱਥੇ ਹੀ ਹੈ ਧਰਤੀ। ਤਾਂਹੀਓ ਫਿਰ ਸਾਨੂੰ ਮਿਸਾਲਾਂ ਦਿੱਤੀਆਂ ਗੁਰਬਾਣੀ 'ਚ, ਜਿਵੇਂ ਮਾਰ ਕੰਡੇ ਦੀ ਮਿਸਾਲ ਦਿੱਤੀ, ਫਿਰ ਸਾਨੂੰ ਕੈਰਵਾਂ ਦੀ ਪਾਂਡਵਾਂ ਦੀ ਮਿਸਾਲ ਦਿੱਤੀ, ਵੀ ਉਹ ਵੀ ਜਿਹੜੇ ਕੈਰੋ ਸੀ ਉਹ ਵੀ ਕਹਿੰਦੇ ਸੀ ਵੀ ਮੇਰੀ ਮੇਰੀ ਸਾਡੀ ਕਰਦੇ ਸੀ, ਵੀ ਸਾਡਾ ਹੀ ਆ ਸਾਰਾ ਕੁਛ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਹਨਾਂ ਨੇ ਮੇਰੀ ਕੀਤੀ ਤੇ ਯੁੱਧ ਜਦੋਂ ਹੋਇਆ ਤੇ ਉਹ ਸਾਰੇ ਹੀ ਮਰ ਗਏ, ਤੇ ਕੋਈ ਵੀ ਉਹਨਾਂ ਨੂੰ ਸਾਂਭਣ ਵਾਲਾ ਨਾ ਬਚਿਆ। ਤੇ ਜਿਹੜੀਆਂ ਉਹਨਾਂ ਦੀਆਂ ਦੇਹਾਂ ਸੀ ਵੀ ਉਹਨਾਂ ਦਾ ਕੋਈ ਸੰਸਕਾਰ ਕਰਦਾ, ਉਹ ਨਾ ਕੋਈ ਬਚਿਆ। ਤੇ ਉਹਨਾਂ ਦੇ ਸਰੀਰਾਂ ਨੂੰ ਦੇਹਾਂ ਨੂੰ ਗਿਰਝਾਂ ਨੇ ਖਾਧਾ, ਉੱਥੇ ਦੀਆਂ ਉੱਥੇ ਪਾਈਆਂ ਹੀ ਛੱਡ ਗਈ। ਮਹਾਰਾਜ ਕਹਿੰਦੇ ਮੇਰੀ ਮੇਰੀ ਕੈਰੋ ਕਰਤੇ ਦਰਜੋ ਜਨ ਸੇ ਭਾਈ, 12 ਜੋਜਨ ਛਤਰ ਚਲੇ ਤਾਂ ਦੇਹੀ ਗਿਰਜਨ ਖਾਈ। ਬਈ ਜਦੋਂ ਦਰਜੋਜਨ ਦੀ ਸਭਾ ਲੱਗਦੀ ਸੀ ਤੇ 12 ਜੋਜਨ 48 ਕਿਲੋਮੀਟਰ ਬਣਦਾ, ਜਿਵੇਂ ਇੱਥੋਂ ਤੇ ਆਪਣਾ ਹੁਣ ਮੋਗੇ ਤੱਕ ਹੋਵੇ, ਵੀ ਇੰਨਾ ਉਹਦਾ ਸਭਾ ਲੱਗਦੀ ਸੀ ਜਦੋਂ ਉਹ ਚੱਲਦਾ ਸੀ।
ਤੇ ਇੰਨਾ ਛਤਰ ਝੁਲਦਾ ਸੀ ਵੀ ਇੰਨਾ ਨਾਲ ਉਹਦੇ ਅਸੀਂ। ਤੇ ਪਰ ਜਦੋਂ ਉਹਨੇ ਹਉਮੈ ਹੰਕਾਰ ਕੀਤਾ ਤੇ ਮਹਾਰਾਜ ਕਹਿੰਦੇ ਵੀ ਦੇਹਾਂ ਨੂੰ ਉਹਨਾਂ ਦੀਆਂ ਗਲਜਾਂ ਨਹੀਂ ਖਾਧਾ। ਫਿਰ ਸਤਿਗੁਰਾਂ ਨੇ ਮਿਸਾਲ ਦਿੱਤੀ ਰਾਵਣ ਦੀ, ਵੀ ਉਹਨੇ ਵੀ ਸੋਨੇ ਦੀ ਲੰਕਾ ਬਣਾ ਲਈ ਤੇ ਹਉਮੈ ਹੰਕਾਰ ਦੇ ਵਿੱਚ ਆ ਗਿਆ। ਸਰਵ ਸੋਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ, ਕਹਾਂ ਭਈ ਦਰ ਬਾਂਧੇ ਹਾਥੀ ਖਿਨ ਭਈ ਭਰਾਈ। ਵੀ ਉਹ ਕਹਿੰਦਾ ਸੀ ਮੇਰੀ ਹੈ ਤੇ ਇੱਕ ਛਿਨ ਜੀ ਬੁਰਾਈ ਹੋ ਗਈ। ਤੇ ਇਹੋ ਸਾਡਾ ਵੀ ਹਾਲ ਹੋਣਾ ਵੀ ਜਿਹਨੂੰ ਜੀਵ ਕਹਿੰਦਾ ਵੀ ਮੇਰੀ ਹੈ ਤੇ ਇੱਕ ਛਿਨ ਜੀ ਉਹ ਬੁਰਾਈ ਹੋ ਜਾਂਦੀ। ਜਦੋਂ ਸਮਾਂ ਖਤਮ ਹੋ ਗਿਆ ਇਸ ਵਾਸਾ ਦਾ ਧਨ, ਤੇ ਜਦੋਂ ਆਪ ਹੀ ਮਰ ਗਏ ਸਮਝ ਲਓ ਪਰਲੋਂ ਆ ਗਏ। ਜਿਵੇਂ ਅੱਗੇ ਕਹਿੰਦੇ ਸੀ ਆਪ ਮਰੀਏ ਜੱਗ ਪਰਲੋਂ, ਵੀ ਜਦੋਂ ਅਸੀਂ ਆਪ ਹੀ ਨਾ ਰਹੇ ਤੇ ਸਮਝ ਲਓ ਸਾਡੇ ਲਈ ਤਾਂ ਪਰਲੋਂ ਆ ਹੀ ਗਈ। ਸੋ ਇਸ ਵਾਸਤੇ ਫਿਰ ਇਹ ਓਨਾ ਸਮਾਂ ਹੀ ਹੈ ਜਿੰਨਾ ਸਮਾਂ ਸਾਡੇ ਸਵਾਸ ਚੱਲ ਰਹੇ ਨੇ, ਸਾਡੇ ਪ੍ਰਾਣ ਚੱਲ ਰਹੇ, ਉਹਨਾਂ ਸਮਾਂ ਹੀ ਅਸੀਂ ਕਹਿੰਦੇ ਹਾਂ ਵੀ ਇਹ ਮੇਰਾ ਪਰਿਵਾਰ ਹੈ, ਇਹ ਮੇਰੇ ਬੱਚੇ, ਇਹ ਮੇਰੇ ਭੈਣ ਭਰਾ, ਇਹ ਮੇਰੇ ਮਾਂ ਪਿਓ, ਇਹ ਮੇਰਾ ਘਰ-ਬਾਰ, ਇਹ ਮੇਰੀ ਜ਼ਮੀਨ ਜਾਇਦਾਦ। ਜਦੋਂ ਸਾਡਾ ਸਵਾਸ ਖਤਮ ਹੋ ਗਈ ਤੇ ਉਦੋਂ ਹੀ ਸਾਡਾ ਖੇਲ ਖਤਮ, ਤੇ ਸਾਰਾ ਕੁਛ ਇੱਧਰ ਧਰੇ ਦਾ ਧਰੇ ਹੀ ਰਹਿ ਜਾਣਾ, ਇੱਥੇ ਦਾ ਇੱਥੇ। ਤੇ ਉਦੋਂ ਹੀ ਫਿਰ ਇੱਕ ਛਿਨ ਦੇ ਵਿੱਚ ਹੀ ਸਾਰਾ ਕੁਛ ਪਰਾਇਆ ਹੋ ਜਾਂਦਾ। ਤੇ ਉਦੋਂ ਸਾਨੂੰ ਪਤਾ ਲੱਗਦਾ ਵੀ ਇਹ ਤਾਂ ਅਸੀਂ ਸੁਤੇ ਪਏ ਸੁਪਨਾ ਦੇਖ ਰਹੇ ਸੀ, ਸੁਪਨੇ ਦੇ ਵਿੱਚ ਹੀ ਇਹ ਸਾਰਾ ਕੁਝ ਚੱਲ ਰਿਹਾ ਸੀ। ਸੁਪਨੇ 'ਚ ਇਹ ਪਰਿਵਾਰ ਬਣਿਆ ਸੀ, ਸੁਪਨੇ ਦੇ ਵਿੱਚ ਹੀ ਇਹ ਅਸੀਂ ਮਾਲਕ ਬਣੇ ਸੀ ਜ਼ਮੀਨ ਜਾਇਦਾਦਾਂ ਦੇ, ਸੁਪਨੇ ਦੇ ਵਿੱਚ ਹੀ ਇਹ ਅਸੀਂ ਮਹਿਲ ਮਾੜੀਆਂ ਬਣਾਈਆਂ ਸੀ। ਤੇ ਜਦੋਂ ਅੱਖ ਖੁੱਲ੍ਹੀ ਉਹ ਸੁਪਨਾ ਟੁੱਟ ਗਏ। ਤੇ ਉਦੋਂ ਫਿਰ ਮਹਾਰਾਜ ਕਹਿੰਦੇ ਜਗ ਸੁਪਨਾ ਬਾਜੀ ਬਣੀ, ਖਿਨ ਮੈਂ ਖੇਲ ਖਿਲਾਏ, ਸੰਜੋਗੀ ਮਿਲ ਇੱਕ ਸੇ ਵਿਯੋਗੀ ਉੱਠ ਜਾਏ। ਵੀ ਉਦੋਂ ਪਤਾ ਲੱਗਿਆ ਵੀ ਇਹ ਤਾਂ ਜਗਤ ਸੁਪਨਾ ਸੀ, ਸੁਪਨਾ ਦੇਖ ਰਹੇ ਸੀ ਤੇ ਸੁਪਨੇ ਦੇ ਵਿੱਚ ਹੀ ਇਹ ਮਾਲਕ ਬਣੇ ਹੋਏ ਸੀ। ਕੋਈ ਲੱਖਾਂਪਤੀ, ਕੋਈ ਕਰੋੜਾਂਪਤੀ, ਕੋਈ ਅਰਬਾਂਪਤੀ ਬਣਿਆ ਸੀ। ਤੇ ਉਹ ਜਦੋਂ ਸੁਪਨਾ ਟੁੱਟਿਆ ਤੇ ਨਿਕਲੇ ਕੰਗਾਲ। ਪਤਾ ਲੱਗਿਆ ਵੀ ਇਹ ਤਾਂ ਧੋਖਾ ਹੀ ਹੋ ਗਿਆ, ਵੀ ਜਿਹੜਾ ਧਨ ਪੱਲੇ ਨਾਲ ਬੰਨਣਾ ਸੀ ਉਹ ਤਾਂ ਇਕੱਠਾ ਹੀ ਨਾ ਕੀਤਾ, ਉਹਦਾ ਤਾਂ ਭੇਦ ਹੀ ਨਾ ਲਿਆ। ਉਦੋਂ ਫਿਰ ਪਤਾ ਲੱਗਦਾ ਬਈ ਇਹ ਕਿੱਡਾ ਕੁ ਸ਼ਾਹ ਕਜਾਏ ਪਾਤਸ਼ਾਹ। ਹੁਣ ਇੱਧਰ ਦਾ ਜੀਵ ਬਣਿਆ ਹੋਇਆ ਵੀ ਮੈਂ ਸ਼ਾਹ ਹਾਂ ਜੀ, ਮੇਰੇ ਕੋਲ ਬੜੀ ਧਨ ਦੌਲਤ, ਮੈਂ ਬੜਾ ਮਾਲਕ ਹਾਂ। ਇਹ ਅੱਗੇ ਚੱਲਦਾ ਨਹੀਂ ਹੈ ਸਾਰਾ ਕੁਛ। ਜਦੋਂ ਫਿਰ ਮਨ ਨੂੰ ਜਮ ਜਗਾਉਂਦੇ ਤੇ ਭਾਵ ਸਾਗਰ ਦੇ ਵਿੱਚ ਦੀ ਇਹਨੂੰ ਲਗਾਇਆ ਜਾਂਦਾ, ਜਿੱਥੇ ਅਗਨ ਦੀਆਂ ਨਦੀਆਂ ਵਹਿੰਦੀਆਂ, ਉਸੋਂ ਦੀ ਜਦੋਂ ਮਨ ਨੂੰ ਲਗਾਇਆ ਜਾਂਦਾ ਭਵ ਸਾਗਰ 'ਚ ਹੀ, ਉੱਥੇ ਫਿਰ ਕਿਨਾਰੇ ਤੇ ਖੜਾ ਹੀ ਬੇਨਤੀਆਂ ਕਰਦਾ ਵੀ ਮੈਨੂੰ ਇੱਥੋਂ ਦੀ ਨਾ ਲੰਘਾਓ। ਤੇ ਮਹਾਰਾਜ ਕਹਿੰਦੇ ਵੀ ਉਹ ਜਿਹੜਾ ਭਵ ਸਾਗਰ ਉਹ ਐਡਾ ਵੱਡਾ ਵੀ ਜਿਹਦਾ ਕੋਈ ਕੰਢੀ ਕਿਨਾਰਾ ਉਹ ਨਜ਼ਰ ਨਹੀਂ ਆਉਂਦਾ। ਜਿਸੇ ਹਾਹਾਕਾਰ ਮੱਚੀ, ਘੁਲਾਟਾਂ ਚੀਕਾਂ ਪੈ ਰਹੀਆਂ, ਕੋਈ ਉੱਥੇ ਕਿਸੇ ਨੂੰ ਛਡਾਉਣ ਵਾਲਾ ਨਹੀਂ ਹੈ। ਨਾ ਉੱਥੇ ਕੋਈ ਮਾਂ, ਨਾ ਕੋਈ ਪਿਓ, ਨਾ ਕੋਈ ਪੁੱਤਰ, ਨਾ ਕੋਈ ਧੀ, ਨਾ ਕੋਈ ਔਰਤ, ਨਾ ਕੋਈ ਮਰਦ, ਉੱਥੇ ਕੋਈ ਵੀ ਨਹੀਂ ਕਿਸੇ ਦੀ ਮਦਦ ਕਰਨ ਵਾਲਾ। ਇੱਥੇ ਹੁਣ ਪਤਾ ਲੱਗਣਾ ਬਈ ਇਹ ਕਿੱਡਾ ਕੁ ਸ਼ਾਹ ਕੇ ਪਾਤਸ਼ਾਹ। ਮਹਾਰਾਜ ਕਹਿੰਦੇ ਜਿੱਥੇ ਸ਼ਾਇਰ ਲੰਘਣ ਅਗਨ ਬਾਣੀ ਅਸ ਗਾਓ, ਕੰਧੀ ਦੇ ਸੁਨਾਵੀ ਧਾਹੀ ਪਏ ਕਹਾਓ। ਨਾਨਕ ਉੱਥੇ ਜਾਣੀਏ ਸ਼ਾਹ ਕੀ ਪਾਤਸ਼ਾਹ। ਮਹਾਰਾਜ ਕਹਿੰਦੇ ਉੱਥੇ ਪਤਾ ਲੱਗਦਾ ਵੀ ਇਸੇ ਦਾ ਬੜਾ ਇਹ ਮਾਲਕ ਬਣਿਆ ਹੋਇਆ। ਉੱਥੇ ਪਤਾ ਲੱਗਦਾ ਵੀ ਇਹ ਪਾਤਸ਼ਾਹ ਕੀ ਹੈ, ਇਹ ਕੌਣ ਹੈ।
ਤੇ ਉਸੇ ਨਾਮ ਤੋਂ ਬਿਨਾਂ ਅਸੀਂ ਉਹ ਭਵ ਸਾਗਰ ਨੂੰ ਪਾਰ ਨਹੀਂ ਹੋ ਸਕਦੇ। ਨਾਮ ਤੋਂ ਬਿਨਾਂ ਜਿਹੜੇ ਜਮ ਉਹ ਛੱਡਦੇ ਨਹੀਂ ਹੈ। ਉਸੇ ਫਿਰ ਇਕੱਲਾ ਹੀ ਖੜਾ। ਜੈ ਮਹਾ ਭਿਆਨ ਦੂਤ ਜਮ ਦਲੇ, ਵੀ ਉਹ ਜਮਾਂ ਦਾ ਫਿਰ ਵੱਡਾ ਦਲ ਬਣ ਜਾਂਦਾ ਵੀ ਉੱਥੇ ਨਾਮ ਨਹੀਂ ਨਾਲ ਚੱਲਣਾ ਸੀ। ਉਹ ਨਾਮ ਧਨ ਕੱਟਿਆ, ਨਾਮ ਦਾ ਭੇਦ ਨਹੀਂ ਲਿਆ। ਉਸੇ ਫਿਰ ਇਕੱਲਾ ਹੀ ਹੈ, ਉੱਥੇ ਕੋਈ ਹੋਰ ਸੰਗੀ ਸਾਥੀ ਨਹੀਂ। ਜਹ ਮਾਰ ਗਏ ਜਾਤ ਅਕੇਲਾ, ਹਰ ਕਾ ਨਾਮ ਹੁਣ ਸੰਗ ਸਹੇਲਾ, ਵੀ ਨਾਮ ਨੇ ਸਹਾਈ ਹੋਣਾ ਸੀ ਤੇ ਉਹ ਨਾਮ ਦਾ ਭੇਦ ਨਹੀਂ ਲਿਆ, ਨਾਮ ਤੋਂ ਟੁੱਟਿਆ ਰਿਹਾ। ਹੁਣ ਐਸੀ ਅਵਸਥਾ ਦੇ ਵਿੱਚ ਫਿਰ ਉਦੋਂ ਇਹਨੂੰ ਫਿਰ ਸਜ਼ਾ ਦਿੱਤੀ ਜਾਂਦੀ। ਫਿਰ ਇਹਨੂੰ ਭਵ ਸਾਗਰ ਦੇ ਵਿੱਚ ਦੀ ਤਸ਼ੱਦਦ ਕਰਦੇ ਹੋਏ ਜਮ ਨੇ ਜਿਹੜੇ ਕੁੱਟ ਕੇ ਮਾਰਦੇ ਹੋਏ ਲੈ ਕੇ ਜਾਂਦੇ। ਉਸੇ ਫਿਰ ਇਹਨੂੰ ਨੰਗਾ ਕਰ ਲੈਂਦੇ, ਬੇਇੱਜ਼ਤ ਕਰਕੇ ਲੈ ਕੇ ਜਾਂਦੇ। ਇੱਥੇ ਇਹਦੇ ਤੇ ਬੜੇ ਰੰਗ ਚੜ੍ਹੇ ਹੁੰਦੇ ਮਾਇਆ ਦੇ। ਕਿਸੇ ਦੇ ਰੰਗ ਚੜ੍ਹਿਆ ਰਾਜ ਦਾ, ਵੀ ਮੇਰੇ ਕੋਲ ਤਾਂ ਰਾਜ ਭਾਗ। ਕਿਸੇ ਦੇ ਰੰਗ ਚੜ੍ਹਿਆ ਮਾਲ ਦਾ, ਵੀ ਮੇਰੇ ਕੋਲ ਤਾਂ ਬੜੀ ਧਨ ਦੌਲਤ ਮਾਲ ਹੈ। ਸੋ ਮਾਰੇ ਹੀ ਕਹਿੰਦੇ ਫਿਰ ਜਦੋਂ ਜਾਂਦਾ, ਫਿਰ ਇੱਥੋਂ ਜਮ ਨੇ ਜਿਹੜੇ ਉਹ ਨੰਗਾ ਕਰਕੇ ਲੈ ਕੇ ਜਾਂਦੇ। ਰਾਜ ਰੰਗ ਮਾਲ ਰੰਗ, ਰੰਗ ਰਤਨ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਮੇ ਪੱਤ ਗਏ ਅਗਵਾਈ। ਵੀ ਇੱਧਰ ਤਾਂ ਇਹਨੂੰ ਬੜੇ ਰੰਗ ਚੜ੍ਹੇ ਸੀ ਰਾਜ ਦਾ, ਮਾਲ ਦਾ, ਤੇ ਨਾਮ ਤੋਂ ਬਿਨਾਂ ਮਾਰੇ ਕਹਿੰਦੇ ਠੱਗਿਆ ਗਿਆ। ਹੁਣ ਬੇਪੱਤ ਹੋ ਕੇ ਜਾ ਰਿਹਾ, ਪੱਤ ਗਵਾ ਕੇ ਜਾ ਰਹੇ, ਬੇਇੱਜ਼ਤ ਹੋ ਕੇ ਜਾ ਰਹੀ ਹੈ। ਨਾਮ ਤੋਂ ਬਿਨਾਂ ਫਿਰ ਸਾਡੇ ਮਨ ਦੀ ਜਿਹੜੀ ਇੱਜ਼ਤ ਪੱਤ ਉਹ ਰਹਿੰਦੀ ਨਹੀਂ ਹੈ। ਜਿਵੇਂ ਆਪਾਂ ਇਸ ਸੰਸਾਰ 'ਚ ਕਹਿੰਦੇ ਹਾਂ ਵੀ ਜੇ ਸਾਡੇ ਕੋਲ ਪੈਸਾ ਨਹੀਂ, ਧਨ ਨਹੀਂ, ਤਾਂ ਸਾਡੀ ਇੱਜ਼ਤ ਨਹੀਂ ਰਹਿੰਦੀ, ਵੀ ਇਹ ਹੋਣਾ ਜ਼ਰੂਰੀ ਹੈ ਜੀ। ਉਹਦੇ ਵਾਸਤੇ ਜੀਵ ਦਿਨ ਰਾਤ ਕਰਮ ਕਰਦਾ ਬਈ ਮੈਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਕਿਸੇ ਤੋਂ ਮੰਗਣਾ ਨਾ ਪਵੇ। ਤੇ ਇਹਦਾ ਅਸੀਂ ਇੱਧਰ ਤਨ ਵਾਸਤੇ ਕਰਦੇ ਹਾਂ, ਇਹ ਮਨ ਵਾਸਤੇ ਨਹੀਂ ਹੈ। ਮਨ ਵਾਸਤੇ ਜਿਹੜਾ ਉਹ ਨਾਮ ਧਨ ਨੇ। ਜਿਵੇਂ ਅਸੀਂ ਇੱਧਰ ਬੇਇੱਜ਼ਤੀ ਮਹਿਸੂਸ ਕਰਦੇ ਹਾਂ ਵੀ ਜੇ ਸਾਨੂੰ ਕਿਸੇ ਅੱਗੇ ਹੱਥ ਅੱਡਣਾ ਪੈਂਦਾ, ਸਾਡੀ ਇੱਜ਼ਤ ਨਹੀਂ ਰਹਿੰਦੀ, ਤੇ ਜੇ ਸਾਡੇ ਕੋਲੇ ਨਾਮ ਨਹੀਂ ਹੋਇਆ ਤੇ ਸਾਡੀ ਉੱਧਰ ਇੱਜ਼ਤ ਨਹੀਂ ਰਹਿਣੀ, ਸਾਨੂੰ ਬੇਇੱਜ਼ਤ ਕਰ ਦੇਣਗੇ। ਜਮ ਨੇ ਜਿਹੜੇ ਸਾਡੇ ਉਹ ਨੰਗਾ ਕਰ ਦੇਣਗੇ ਸਾਨੂੰ। ਜਿਵੇਂ ਇੱਧਰ ਜੀਵ ਕਹਿੰਦਾ ਵੀ ਮੇਰੀ ਨੱਕ ਨਹੀਂ ਰਹਿੰਦੀ, ਮੇਰੀ ਨੱਕ ਉੱਚੀ ਹੋਣੀ ਚਾਹੀਦੀ, ਜੇ ਮੈਂ ਆਹ ਕੰਮ ਨਹੀਂ ਕਰਦਾ ਮੇਰੀ ਬਰਾਦਰੀ 'ਚ ਮੇਰੀ ਨੱਕ ਨਹੀਂ ਰਹਿਣੀ, ਮੇਰੇ ਰਿਸ਼ਤੇਦਾਰ ਹੋਰ ਮੈਨੂੰ ਕੀ ਆਖਣਗੇ, ਮੇਰੀ ਤਾਂ ਨੱਕ ਹੀ ਵੱਢੀ ਜਾਊ। ਤੇ ਉਧਰ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਸਾਡੀ ਨੱਕ ਵੱਢੀ ਜਾਂਦੀ। ਜਿਹੜੇ ਨਾਮ ਤੋਂ ਹੀਣੇ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਦੀ ਨੱਕ ਨਹੀਂ, ਇਹ ਨੱਕ ਵੱਢੇ ਹੋਏ ਨੇ ਇਹਨਾਂ ਦੇ। ਨਾਮਹੀਣ ਫਿਰ ਇਸੇ ਨਕਟੇ, ਵੀ ਨਾਮ ਤੋਂ ਜਿਹੜੇ ਹੀਣੇ ਇਹਨਾਂ ਦੀ ਨੱਕ, ਇਹਨਾਂ ਦੀ ਕੋਈ ਇੱਜ਼ਤ ਹੀ ਨਹੀਂ, ਇਹ ਬੇਇੱਜ਼ਤੇ ਨੇ। ਸੋ ਇਸ ਵਾਸਤੇ ਹੁਣ ਸੰਸਾਰ ਦੇ ਵਿੱਚ ਤਾਂ ਅਸੀਂ ਬੜਾ ਫਿਕਰ ਕਰਦੇ, ਇੱਧਰ ਅਸੀਂ ਬੜੀ ਇੱਜ਼ਤ ਦੀ ਦਹਾਈ ਦਿੰਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਵੀ ਜਦੋਂ ਅਸੀਂ ਇੱਥੋਂ ਜਾਣਾ ਵਾਪਸ ਤੇ ਸਾਨੂੰ ਉੱਥੇ ਬੇਇੱਜ਼ਤ ਕੀਤਾ ਜਾਏਗਾ। ਜੇ ਅਸੀਂ ਹੁਣ ਨਾਮ ਦੀ ਕਮਾਈ ਨਾ ਕੀਤੀ ਤੇ ਅਸੀਂ ਜਦੋਂ ਵਾਪਸ ਜਾਣਾ ਧਰਮ ਰਾਏ ਨੂੰ ਜਾ ਕੇ ਲੇਖਾ ਦੇਣਾ, ਫਿਰ ਅਸੀਂ ਕੀ ਮੂੰਹ ਲੈ ਕੇ ਜਾਵਾਂਗੇ ਉੱਥੇ। ਮਹਾਰਾਜ ਕਹਿੰਦੇ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਵੀ ਫਿਰ ਕਿਹੜਾ ਮੂੰਹ ਲੈ ਕੇ ਜਾਏਗਾ। ਜਿਵੇਂ ਸੰਸਾਰ 'ਚ ਆਪਾਂ ਕਹਿੰਦੇ ਨਾ ਵੀ ਕਿਸੇ ਦਾ ਕਰਜ਼ਾ ਦੇਣਾ ਹੋਵੇ ਤੇ ਅਸੀਂ ਉਹ ਤੋਂ ਮੂੰਹ ਲੁਕਾਉਂਦੇ ਹਾਂ ਵੀ ਦਿੱਤਾ ਨਹੀਂ, ਵੀ ਉਹਦੇ ਨਾ ਹੀ ਅੱਗੇ ਹੋਈਏ ਤੇ ਚੰਗਾ, ਵੀ ਨਹੀਂ ਤਾਂ ਸਾਨੂੰ ਸ਼ਰਮ ਮਹਿਸੂਸ ਕਰਦੇ ਹਾਂ। ਉਹ ਇਸੇ ਤਰ੍ਹਾਂ ਹੀ ਹੁਣ ਇਸ ਵਾਸਾਂ ਦਾ ਧਨ ਜੋ ਸਾਨੂੰ ਮਾਲਕ ਨੇ ਦਿੱਤਾ ਤੇ ਉਹਦਾ ਵਾਪਸੀ ਤੇ ਹਿਸਾਬ ਲਿਆ ਜਾਣਾ ਸੱਚ।
ਵੀ ਕਿੱਥੇ ਕਿੱਥੇ ਖਰਚ ਕਰਕੇ ਉਹਦਾ ਹਿਸਾਬ ਦਿਓ। ਪਹਿਲਾਂ ਧਰਮ ਰਾਏ ਨੇ ਲੈਣਾ ਤੇ ਫਿਰ ਅੱਗੇ ਸੱਚੇ ਦਰਬਾਰ ਦੇ ਵਿੱਚ ਸਾਡਾ ਫੈਸਲਾ ਹੋਣਾ। ਹੁਣ ਜੇ ਅਸੀਂ ਕੋਈ ਲਿਖਤ ਰੱਖੀ ਹੋਏਗੀ ਤੇ ਫਿਰ ਸਾਨੂੰ ਲੇਖਾ ਦੇਣਾ ਸੌਖਾ। ਜੇ ਹੁਣ ਅਸੀਂ ਕੋਈ ਲਿਖਤ ਹੀ ਨਹੀਂ ਰੱਖੀ ਤੇ ਫਿਰ ਲੇਖਾ ਦੇਣਾ ਬੜਾ ਔਖਾ, ਤੇ ਉੱਥੇ ਕੋਈ ਹੋਰ ਪੱਲਾ ਨਹੀਂ ਫੜਦਾ, ਸਾਡੀ ਬਾਂਹ ਨਹੀਂ ਫੜਦਾ। ਮਹਾਰਾਜ ਕਹਿੰਦੇ ਕਬੀਰ ਲੇਖਾ ਦੇਣਾ ਸਹੇਲਾ, ਜੋ ਦਿਲ ਸੂਚੀ ਹੋਈ ਉਸ ਸਾਚੇ ਦੀਵਾਨ ਮੇ ਪੱਲਾ ਨਾ ਪਕੜੇ ਹੋਏ। ਉੱਥੇ ਕੋਈ ਨਹੀਂ ਹਾਮੀ ਭਰਦਾ। ਉਸੇ ਨਾ ਕੋਈ ਮਾਂ ਪਿਓ, ਨਾ ਭੈਣ ਭਰਾ, ਨਾ ਧੀ ਪੁੱਤਰ, ਨਾ ਕੋਈ ਰਿਸ਼ਤੇਦਾਰ, ਨਾ ਕੋਈ ਦੋਸਤ ਮਿੱਤਰ ਵੀ ਜਿਹੜਾ ਸਾਡੀ ਹਾਮੀ ਭਰੇ। ਉਹ ਤਾਂ ਸਾਰੇ ਇੱਥੇ ਹੀ ਰਹਿ ਗਏ। ਉੱਥੇ ਤਾਂ ਅਸੀਂ ਇਕੱਲਿਆਂ ਨਹੀਂ ਜਾਣਾ ਤੇ ਸਾਨੂੰ ਹੀ ਹਿਸਾਬ ਦੇਣਾ ਪੈਣਾ। ਇਹ ਨਹੀਂ ਵੀ ਸਾਡਾ ਹਿਸਾਬ ਕੋਈ ਹੋਰ ਦੇਵੇ। ਇਸ ਲਈ ਫਿਰ ਸਾਨੂੰ ਕਹਿੰਦੇ ਵੀ ਇਹ ਆਪੋ ਆਪਣਾ ਵੀ ਜਿਹੜਾ ਇਹ ਸਵਾਸਾਂ ਦਾ ਧਨ ਸਾਨੂੰ ਮਿਲਿਆ ਤੇ ਵਾਪਸੀ ਦੇ ਹਿਸਾਬ ਵੀ ਸਾਥੋਂ ਹੀ ਲਿਆ ਜਾਣਾ। ਇਹ ਨਹੀਂ ਵੀ ਸਾਡਾ ਹਿਸਾਬ ਕੋਈ ਹੋਰ ਦੇਗਾ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇੱਧਰ ਜਿਉਂ ਹੀ ਅਸੀਂ ਆਉਂਦੇ ਹਾਂ ਸਾਰਾ ਕੁਝ ਇੱਧਰ ਸਾਡਾ ਲੇਖੇ ਵਿੱਚ ਚੱਲਦਾ ਹੈ। ਜਿਉਂ ਹੀ ਆਪਾਂ ਹੀ ਆ ਕੇ ਸਰੀਰ 'ਚ ਪ੍ਰਵੇਸ਼ ਹੋਏ, ਇੱਥੇ ਆ ਕੇ ਅਸੀਂ ਬੋਲਣਾ ਸ਼ੁਰੂ ਕੀਤਾ, ਉਹ ਸਾਡਾ ਲਿਖਿਆ ਜਾਂਦਾ। ਇੱਥੇ ਆ ਕੇ ਅਸੀਂ ਦੇਖਣਾ ਸ਼ੁਰੂ ਕੀਤਾ, ਉਹ ਅਸੀਂ ਕੀ ਦੇਖ ਰਹੇ ਹਾਂ ਸਾਡਾ ਲਿਖਿਆ ਜਾਣਾ। ਇੱਥੇ ਆ ਕੇ ਅਸੀਂ ਸੁਣਨਾ ਸ਼ੁਰੂ ਕੀਤਾ, ਅਸੀਂ ਕੀ ਸੁਣਦੇ ਹਾਂ ਉਹ ਸਾਡਾ ਲਿਖਿਆ ਜਾਣਾ। ਤੇ ਜੋ ਵੀ ਆਪਾਂ ਸਵੇਰ ਤੋਂ ਲੈ ਕੇ ਇਹ ਜਿੰਨਾ ਸਮਾਂ ਵੀ ਇਹ ਸਰੀਰ, ਇਸ ਨੂੰ ਲੋਕ ਕਹਿੰਦੇ ਲੋਕ 'ਚ ਰਹਿੰਦੇ ਆ, ਉਹ ਸਾਰਾ ਸਾਡਾ ਲਿਖਿਆ ਜਾਂਦਾ। ਤੇ ਆਪਾਂ ਨੂੰ ਕਹਿੰਦੇ ਵੀ ਇਹ ਸਾਨੂੰ ਕਿਸੇ ਪੜ੍ਹਿਆਂ ਲਿਖਿਆਂ ਨੂੰ ਪੁੱਛਣ ਦੀ ਲੋੜ ਨਹੀਂ। ਇਹ ਤਾਂ ਸਾਡੇ ਮਾਂ ਪਿਓ ਨੇ ਸਾਨੂੰ ਸਵਾਸਾਂ ਦਾ ਧਨ ਦਿੱਤਾ ਤੇ ਸਾਥੋਂ ਵਾਪਸੀ ਦੇ ਹਿਸਾਬ ਵੀ ਲਿਆ ਜਾਣਾ। ਮਹਾਰਾਜ ਫਰਮਾਉਂਦੇ ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਬਾਟ ਚਲਾਈਏ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈਏ, ਪੜ੍ਹ ਕੇ ਪੁੱਛਣ ਜਾਓ। ਬਈ ਇਹ ਸਾਨੂੰ ਕਿਸੇ ਪੜ੍ਹਿਆਂ ਲਿਖਿਆਂ ਨੂੰ ਪੁੱਛਣ ਦੀ ਲੋੜ ਨਹੀਂ। ਇਹ ਤਾਂ ਸਾਡੇ ਮਾਤਾ ਪਿਤਾ ਨੇ ਸਾਨੂੰ ਧਨ ਦਿੱਤਾ ਤੇ ਸਾਥੋਂ ਹੀ ਵਾਪਸੀ ਤੇ ਇਹਦਾ ਹਿਸਾਬ ਲਿਆ ਜਾਣਾ ਹੈ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਇਹ ਹਿਸਾਬ ਰੱਖਿਆ ਹੋਏਗਾ ਤੇ ਸਾਨੂੰ ਸੌਖਾ ਦੇਣਾ। ਤੇ ਸਾਡੇ ਮਾਤਾ ਪਿਤਾ ਨੇ ਸਾਨੂੰ ਉਹਨੇ ਅਖਤਿਆਰ ਦਿੱਤਾ ਵੀ ਸਾਨੂੰ ਕਲਮ ਦੇ ਦਿੱਤੀ, ਫੱਟੀ ਦੇ ਦਿੱਤੀ ਵੀ ਤੁਸੀਂ ਆਪ ਹੀ ਲਿਖ ਕੇ ਲਿਆਉਣਾ ਤੇ ਜੋ ਤੁਸੀਂ ਲੈ ਕੇ ਲਿਆਓਗੇ ਉਹਦੇ ਮੁਤਾਬਕ ਹੀ ਤੁਹਾਡਾ ਜਿਹੜਾ ਫੈਸਲਾ ਉਹ ਫੈਸਲਾ ਸੁਣਾ ਦੇਣਗੇ। ਤੇ ਆਪਾਂ ਨੂੰ ਫਿਰ ਨਾਲ ਨਾਲ ਇਹ ਗਿਆਨ ਦਿੱਤਾ ਜਾਂਦਾ ਵੀ ਤੁਸੀਂ ਆਪਦੇ ਖਿਲਾਫ ਹੀ ਨਾ ਲਿਖ ਲਿਆਇਓ ਵੀ ਜਦੋਂ ਅਸੀਂ ਵਾਪਸ ਦਰਗਾਹ 'ਚ ਆਈਏ ਸਾਨੂੰ ਇਹਦੀ ਸਜ਼ਾ ਦਿੱਤੀ ਜਾਵੇ। ਮਹਾਰਾਜ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੇ ਗਿਰੇਵਾਨ ਮੇ ਸਿਰ ਨੀਵਾਂ ਕਰ ਦੇਖ। ਬਈ ਤੁਸੀਂ ਆਪਦੇ ਖਿਲਾਫ ਹੀ ਨਾ ਕਾਲੇ ਲੇਖ ਆਪ ਹੀ ਨਾ ਲਿਖ ਲਿਓ। ਜਿਵੇਂ ਹੁਣ ਆਮ ਜੀਵ ਦੋਸ਼ ਦਿੰਦਾ ਪਰਮਾਤਮਾ ਨੂੰ, ਮੇਰੇ ਲੇਖ ਮਾੜੇ ਲਿਖੇ ਨੇ ਜੀ, ਸਾਡੇ ਕਰਮ ਮਾੜੇ ਨੇ ਜੀ, ਸਾਡੀ ਤਾਂ ਕਿਸਮਤ ਹੀ ਮਾੜੀ ਹੈ ਜੀ। ਉਹ ਕਿਸਮਤ ਨੂੰ ਕੋਸੀ ਜਾਂਦਾ ਮਨਮੁਖ। ਉਹਨੂੰ ਇਹ ਨਹੀਂ ਪਤਾ ਵੀ ਸਾਡਾ ਮਾਤਾ ਪਿਤਾ ਤਾਂ ਇੰਨਾ ਦਿਆਲੂ ਕਿਰਪਾਲੂ, ਉਹਨੇ ਤਾਂ ਸਾਨੂੰ ਆਪ ਹੀ ਦਿੱਤਾ ਲਿਖਣ ਨੂੰ ਵੀ ਤੁਸੀਂ ਆਪ ਹੀ ਲਿਖ ਲਿਓ, ਆਪਦੇ ਕਰਮ ਅਸੀਂ ਆਪ ਹੀ ਲਿਖਣੇ। ਤੇ ਉਹਨੇ ਤਾਂ ਸਾਨੂੰ ਫੈਸਲਾ ਸੁਣਾਉਣਾ ਵੀ ਜੋ ਅਸੀਂ ਲਿਖਾਂਗੇ ਉਹ ਤਾਂ ਸਾਨੂੰ ਉਹਦੇ ਮੁਤਾਬਕ ਉਹਨੇ ਫੈਸਲਾ ਸੁਣਾ ਦੇਣਾ। ਹੁਣ ਨਾ ਭੇਦ ਹੋਣ ਕਰਕੇ ਮਨਮੁਖ ਜੀਵ ਆਪਦੇ ਖਿਲਾਫ ਹੀ ਲਿਖੀ ਜਾਂਦਾ, ਆਪਦੇ ਉਲਟ ਉਹ ਆਪ ਹੀ ਲਿਖੀ ਜਾਂਦਾ ਤੇ ਇਸ ਕਰਕੇ ਉਹ ਆਪ ਹੀ ਦੁਖੀ ਹੋਈ ਜਾਂਦਾ। ਆਪਦੇ ਖਿਲਾਫ ਜੀਵ ਕਦੋਂ ਲਿਖਦਾ, ਕਿਵੇਂ ਲਿਖਦਾ? ਜਦੋਂ ਅਸੀਂ ਕਿਸੇ ਨਾਲ ਵੀ ਮਨ ਦੇ ਵਿੱਚ ਵੈਰ ਵਿਰੋਧ ਪਾਲ ਲੈਂਦੇ, ਕਿਸੇ ਨਾਲ ਅਸੀਂ ਈਰਖਾ ਕਰਦੇ ਹਾਂ, ਕਿਸੇ ਨਾਲ ਅਸੀਂ ਨਫ਼ਰਤ ਕਰਦੇ ਹਾਂ, ਕਿਸੇ ਦੀ ਅਸੀਂ ਨਿੰਦਿਆ ਕਰਦੇ ਹਾਂ, ਕਿਸੇ ਦੇ ਅਸੀਂ ਔਗਣ ਦੇਖਦੇ ਹਾਂ, ਔਗਣ ਦੇਖ ਕੇ ਉਹਦੇ ਔਗਣ ਫਰੋਲਦੇ ਹਾਂ,
ਉਹ ਅਸੀਂ ਆਪਦੀ ਫਟੀ ਤੇ ਆਪਦੇ ਖਿਲਾਫ ਆਪ ਹੀ ਲਿਖੀ ਜਾਂਦੇ ਹਾਂ ਵੀ ਇਹ ਅਸੀਂ ਕਰਮ ਕਰ ਰਹੇ ਹਾਂ ਤੇ ਇਹਨਾਂ ਦੀ ਸਾਨੂੰ ਵਾਪਸ ਜਦੋਂ ਅਸੀਂ ਦਰਗਾਹ 'ਚ ਆਈਏ ਸਾਨੂੰ ਸਜ਼ਾ ਦਿਓ ਇਹਦੀ। ਉਹ ਕਾਲੇ ਲੇਖ ਨੇ। ਉਹ ਹੁਣ ਕਾਲੇ ਲੇਖ ਕੌਣ ਲਿਖ ਰਹੇ? ਅਸੀਂ ਆਪ ਹੀ ਤਾਂ ਲਿਖ ਰਹੇ ਹਾਂ। ਉਹ ਕੋਈ ਪਰਮਾਤਮਾ ਥੋੜ੍ਹੀ ਲਿਖ ਰਹੇ ਆ, ਉਹ ਤਾਂ ਅਸੀਂ ਖੁਦ ਹੀ ਲਿਖ ਰਹੇ ਹਾਂ ਆਪ। ਤੇ ਉਹਦੀ ਸਾਨੂੰ ਫਿਰ ਸਜ਼ਾ ਮਿਲਣੀ ਜਦੋਂ ਹੁਣ ਅਸੀਂ ਕਿਸੇ ਨੂੰ ਫਿੱਕਾ ਬੋਲਦੇ ਹਾਂ, ਮਾੜਾ ਬੋਲਦੇ ਹਾਂ। ਉਹ ਸਾਡਾ ਫਿੱਕਾ ਬੋਲਿਆ ਹੋਇਆ, ਮਾੜੇ ਵਚਨ ਬੋਲੇ ਹੋਏ, ਉਹ ਅਸੀਂ ਆਪਦੇ ਖਿਲਾਫ ਆਪ ਹੀ ਲਿਖੀ ਜਾਂਦੇ ਵੀ ਜਦੋਂ ਅਸੀਂ ਦਰਗਾਹ 'ਚ ਆਈਏ ਸਾਨੂੰ ਇਹਦੀ ਬੜੀ ਸਖਤ ਸਜ਼ਾ ਦਿਓ ਜੀ। ਤੇ ਉਹ ਸਾਨੂੰ ਇਸ ਲਈ ਮਹਾਰਾਜ ਪਹਿਲਾਂ ਹੀ ਦੱਸੀ ਜਾਂਦੇ, ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਈ, ਫਿੱਕੋ ਫਿੱਕੀ ਸਦੀਏ, ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸਟੀਏ, ਮੂੰਹ ਥੋਕਾਂ ਫਿੱਕੇ ਪਾਈ, ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਈ। ਵੀ ਤੁਸੀਂ ਮੂਰਖ ਬਣ ਕੇ ਕਿਉਂ ਫਿੱਕਾ ਬੋਲਦੇ ਹੋ? ਜਦੋਂ ਤੁਸੀਂ ਵਾਪਸ ਆਓਗੇ ਤੁਹਾਨੂੰ ਪਾਣਾ ਬੜੀ ਸਖਤ ਸਜ਼ਾ ਮਿਲੇਗੀ ਜੀ। ਹੁਣ ਉਹ ਜੀਵ ਆਪਦਾ ਦੁਸ਼ਮਣ ਖੁਦ ਆਪ ਹੀ ਬਣਿਆ ਹੋਇਆ। ਮਨਮੁਖ ਹੈ ਜਿਹੜਾ ਉਹ ਆਤਮਘਾਤੀ ਹੈ। ਜਿਵੇਂ ਸੰਸਾਰ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਜੇ ਕੋਈ ਜੀਵ ਆਤਮ ਹੱਤਿਆ ਕਰਦਾ ਆਪਾਂ ਉਹਦੀ ਨਿੰਦਿਆ ਕਰਦੇ ਵੀ ਆਹ ਤਾਂ ਇਹਨੇ ਬੜਾ ਮਾੜਾ ਕੰਮ ਕੀਤਾ ਜੀ, ਇਹਨੂੰ ਮਰਨਾ ਨਹੀਂ ਸੀ ਚਾਹੀਦਾ, ਇਹ ਕਿਉਂ ਮਰ ਗਿਆ। ਹਾਲਾਂਕਿ ਇਹਦੇ ਵਿੱਚ ਉਹਦਾ ਕੋਈ ਦੋਸ਼ ਨਹੀਂ ਹੁੰਦਾ, ਉਹ ਤਾਂ ਅਸੀਂ ਅਗਿਆਨਤਾ ਦੇ ਵਿੱਚ ਉਹਨੂੰ ਦੋਸ਼ ਦਿੰਦੇ। ਉਹਦਾ ਜਦੋਂ ਜੀਵ ਦਾ ਸਮਾਂ ਆ ਗਿਆ ਉਹਨੇ ਜਾਣਾ ਹੀ ਜਾਣਾ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ। ਨਾ ਅਸੀਂ ਕਿਸੇ ਨੂੰ ਆਉਣ ਤੋਂ ਰੋਕ ਸਕਦੇ ਸੰਸਾਰ ਦੇ ਵਿੱਚ ਤੇ ਨਾ ਅਸੀਂ ਕਿਸੇ ਨੂੰ ਜਾਣ ਤੋਂ ਰੋਕ ਸਕਦੇ। ਆਉਣਾ ਜਾਣਾ ਜਿਹੜਾ ਉਹ ਮਾਲਕ ਦੇ ਹੱਥ ਹੈ। ਜਦੋਂ ਜੀਵ ਦਾ ਦਿੱਤਾ ਹੋਇਆ ਸਮਾਂ ਖਤਮ ਹੋਇਆ ਕੋਈ ਨਾ ਕੋਈ ਵਿਧ ਬਣਦੀ, ਚਾਹੇ ਉਹ ਆਤਮ ਹੱਤਿਆ ਕਰ ਲਵੇ, ਚਾਹੇ ਉਹਦੀ ਕੋਈ ਹੋਰ ਦੁਰਘਟਨਾ ਹੋ ਜੇ, ਉਹਦੇ 'ਚ ਉਹਦੀ ਮੌਤ ਹੋ ਜੇ, ਉਹਨੇ ਜਾਣਾ ਹੀ ਜਾਣਾ। ਹੁਣ ਉਹ ਤਾਂ ਜੀਵ ਚਲੋ ਇੱਕ ਵਾਰ ਮਰਦਾ ਵੀ ਸਰੀਰ ਕਰਕੇ ਮੌਤ ਹੋ ਗਈ, ਜਿਹੜਾ ਮਨਮੁਖ ਹੈ ਉਹ ਰੋਜ਼ ਮਰਦਾ, ਰੋਜ਼ ਉਹ ਆਪਦੀ ਹੱਤਿਆ ਆਪ ਕਰਦਾ, ਉਹ ਆਤਮਘਾਤੀ ਉਹਨੂੰ ਕਹਿੰਦੇ। ਬਈ ਦੂਸਰੇ ਦੀ ਨਿੰਦਿਆ ਕਰਕੇ, ਦੂਸਰੇ ਨਾਲ ਵੈਰ ਵਿਰੋਧ ਕਰਕੇ ਉਹਨੂੰ ਕਹਿੰਦੇ ਵੀ ਇਹ ਆਤਮਘਾਤੀ ਹੈ, ਵੀ ਇਹ ਆਪਦੇ ਲੇਖ ਕਾਲੇ ਆਪ ਹੀ ਲਿਖੀ ਜਾਂਦਾ, ਆਪਦੇ ਆਪ ਨੂੰ ਆਪ ਹੀ ਹੱਤਿਆ ਕਰੀ ਜਾਂਦਾ। ਜਿਵੇਂ ਸੰਸਾਰੀ ਜੀਵ ਸੰਸਾਰ 'ਚ ਨਿੰਦਿਆ ਕਰਦਾ, ਜੇ ਕੋਈ ਆਤਮ ਹੱਤਿਆ ਕਰਦਾ ਤੇ ਗੁਰਬਾਣੀ ਗੁਰੂ ਆਤਮਘਾਤੀ ਉਹਨੂੰ ਕਹਿੰਦੇ, ਜਿਹੜਾ ਫਿਰ ਇਹ ਕਾਲੇ ਲੇਖ ਲਿਖਦਾ ਉਹਨੂੰ ਕਹਿੰਦੇ ਵੀ ਆਤਮਘਾਤੀ ਕਸਾਈ ਆ, ਬਈ ਆਪਦੇ ਆਪ ਨੂੰ ਆਪ ਹੀ ਮਾਰੀ ਜਾ ਰਹੇ। ਦੇਖੋ ਵੀ ਕਿੱਡਾ ਮੂਰਖ ਹੋ ਗਏ। ਇਸ ਲਈ ਮਹਾਰਾਜ ਕਹਿੰਦੇ ਮਨਮੁਖ ਅੰਧੇ ਸੁਧ ਨਾ ਗਾਈ, ਆਤਮਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੇ। ਮਹਾਰਾਜ ਕਹਿੰਦੇ ਵੀ ਮਨਮੁਖ ਅੰਨੇ ਜਿਨ੍ਹਾਂ ਨੂੰ ਭੋਰਾ ਵੀ ਸੁੱਧ ਬੁੱਧ ਨਹੀਂ ਹੈ, ਵੀ ਇਹ ਆਪਦੀ ਹੱਤੇ ਆਪ ਹੀ ਕਰਨ ਲੱਗੇ ਨੇ, ਆਪਦੇ ਲੇਖ ਕਾਲੇ ਆਪ ਹੀ ਲਿਖੀ ਜਾਂਦੇ, ਆਪਦੇ ਖਿਲਾਫ ਲਿਖੀ ਜਾਂਦੇ ਵੀ ਜਦੋਂ ਅਸੀਂ ਵਾਪਸ ਆਈਏ ਸਾਨੂੰ ਇਹਦੀ ਸਜ਼ਾ ਦਿਓ ਜੀ। ਇਹ ਫਿਰ ਮੂਰਖ ਮਨ ਦੀ ਨਿਸ਼ਾਨੀ ਹੈ, ਮਨਮੁਖ ਦੀ ਨਿਸ਼ਾਨੀ। ਜਿਵੇਂ ਮਨ ਦੀ ਅਵਸਥਾ ਤੇ ਫਿਰ ਉਹੀਓ ਲੱਛਣ ਸਰੀਰ 'ਚ ਪ੍ਰਗਟ ਹੋ ਜਾਂਦੇ। ਜਿਵੇਂ ਕਈ ਜੀਵ ਇੰਨੇ ਮੂਰਖ ਹੋ ਜਾਂਦੇ ਵੀ ਉਹ ਆਪਦੇ ਆਪ ਨੂੰ ਮਾਰਨਾ ਸ਼ੁਰੂ ਕਰ ਦਿੰਦੇ। ਕਈਆਂ ਨੂੰ ਇੰਨਾ ਕਰੋਧ ਆਉਂਦਾ, ਇੰਨਾ ਗੁੱਸਾ ਆਉਂਦਾ, ਉਹ ਚੱਕ ਕੇ ਸਮਾਨ ਭੰਨ ਦੇਣਗੇ ਜਾਂ ਹੋਰ ਨਹੀਂ ਕੁਛ, ਆਪਦੇ ਆਪ ਹੀ ਚਪੇੜਾ ਮਾਰਨ ਲੱਗ ਜਾਣਗੇ, ਆਪਦੇ ਆਪ ਆਪਦਾ ਸਿਰ ਕੰਧ 'ਚ ਮਾਰ ਲੈਣਗੇ। ਵੀ ਉਹ ਕੀ ਹੈ, ਉਹ ਜੀਵ ਕਮਲਾ ਹੋਇਆ ਹੋਇਆ, ਮੂਰਖ ਹੋਇਆ, ਉਹਦੇ ਮਨ ਦਾ ਸੰਤੁਲਨ ਵਿਗੜਿਆ ਹੋਇਆ। ਤੇ ਇਹੋ ਹਾਲਤ ਮਨ ਦੀ ਹੈ ਵੀ ਕਿਸੇ ਨਾਲ ਵੈਰ ਵਿਰੋਧ ਕਰਕੇ, ਨਫ਼ਰਤ ਕਰਕੇ, ਈਰਖਾ ਕਰਕੇ ਉਹ ਜੀਵ ਆਤਮਘਾਤੀ ਬਣਿਆ ਹੋਇਆ, ਆਪਦੇ ਲੇਖ ਆਪਦੇ ਖਿਲਾਫ ਆਪਦੇ ਉਲਟਾ ਵੀ ਲਿਖੀ ਜਾਂਦਾ। ਤੇ ਜੋ ਅਸੀਂ ਲਿਖਾਂਗੇ ਉਹਦੇ ਮੁਤਾਬਕ ਫਿਰ ਮਾਲਕ ਨੇ ਸਾਡਾ ਫੈਸਲਾ ਸੁਣਾਉਣਾ।
ਇਸ ਲਈ ਮਹਾਰਾਜ ਕਹਿੰਦੇ ਆਪੇ ਪੱਟੀ ਕਲਮ ਆਪ ਪਰ ਲਿਖ ਪੀ ਤੂੰ, ਏਕੋ ਕਹੀਏ ਨਾਨਕਾ ਦੂਜਾ ਗਾਹੇ ਕੂ। ਵੀ ਮਾਲਕ ਨੇ ਸਾਨੂੰ ਕਲਮ ਦੇ ਦਿੱਤੀ, ਫੱਟੀ ਦੇ ਦਿੱਤੀ, ਵੀ ਆਪਦੇ ਤੁਸੀਂ ਲੇਖ ਆਪ ਹੀ ਲਿਖ ਲਿਆਉਣੇ, ਆਪ ਹੀ ਲਿਖ ਕੇ ਤੇ ਜੋ ਲਿਖ ਕੇ ਲਿਆਓਗੇ ਉਹਦੇ ਮੁਤਾਬਕ ਫੈਸਲਾ ਤੁਹਾਡਾ ਸੁਣਾ ਦਿਆਂਗੇ। ਹੁਣ ਇਹ ਅਸੀਂ ਦੇਖਣਾ ਵੀ ਅਸੀਂ ਲਿਖਣਾ ਕੀ ਹੈ। ਜੇ ਤਾਂ ਅਸੀਂ ਆਪਦੀ ਮੱਤ ਦੁਆਰਾ ਚੱਲਦੇ ਹਾਂ ਫਿਰ ਤਾਂ ਅਸੀਂ ਕਾਲੇ ਲੇਖ ਹੀ ਲਿਖਦੇ ਹਾਂ। ਸੰਸਾਰੀ ਜੀਵ ਮਨਮੁਖ ਤੋਂ ਕਾਲੇ ਲੇਖ ਹੀ ਲਿਖਦਾ, ਆਪਦੇ ਖਿਲਾਫ ਹੀ ਲਿਖੀ ਜਾਂਦਾ। ਤੇ ਆਪਾਂ ਨੂੰ ਫਿਰ ਸੋਝੀ ਦਿੰਦੇ ਵੀ ਜੇ ਤੁਸੀਂ ਭੁੱਲ ਗਏ ਹੋ ਲਿਖਣਾ ਤੇ ਤੁਸੀਂ ਸਤਸੰਗ 'ਚ ਆ ਕੇ ਗੁਰੂ ਤੋਂ ਪੁੱਛ ਲਓ ਵੀ ਸਾਨੂੰ ਨਹੀਂ ਪਤਾ ਕੀ ਲਿਖਣਾ ਜੀ, ਸਾਨੂੰ ਲਿਖਣਾ ਸਿਖਾ ਦਿਓ। ਫਿਰ ਆਪਾਂ ਜਦੋਂ ਸਤਿਗੁਰਾਂ ਤੋਂ ਪੁੱਛਦੇ, ਗੁਰੂ ਤੋਂ ਪੁੱਛਦੇ, ਗੁਰਮੁਖਾਂ ਤੋਂ ਪੁੱਛਦੇ, ਸੰਤਾਂ ਸਾਧੂਆਂ ਤੋਂ, ਉਹ ਸਾਨੂੰ ਫਿਰ ਲਿਖਣਾ ਸਿਖਾਉਂਦੇ ਵੀ ਅਸੀਂ ਕੀ ਲਿਖਣਾ। ਮਹਾਰਾਜ ਕਹਿੰਦੇ ਜਾਲ ਮੋਹ ਕਸ ਮਸ ਕਰ, ਬਈ ਜਿਹੜਾ ਮੋਹ ਹੈ, ਮੋਹ ਨੂੰ ਜਾਲ ਕੇ ਇਸ ਦੀ ਸ਼ਾਹੀ ਬਣਾ ਲਓ। ਮਤ ਕਾਗਜ਼ ਕਰ ਸਾਰ, ਮਤ ਦੀਆਂ ਕਾਗਜ਼ ਬਣਾ ਲਓ। ਭਉ ਕਲਮ ਕਰ, ਭਉ ਦਾ ਕਲਮ ਬਣਾ ਕੇ ਚਿੱਤ ਲਿਖਾਰੀ, ਚਿੱਤ ਨੂੰ ਮਨ ਨੂੰ ਲਿਖਾਰੀ ਬਣਾਓ। ਲਿਖਣਾ ਕੀ ਹੈ? ਕਹਿੰਦੇ ਭਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਵੀ ਗੁਰੂ ਨੂੰ ਪੁੱਛ ਕੇ ਉੱਥੇ ਲਿਖੋ। ਕੀ ਲਿਖੀਏ ਫਿਰ? ਮਹਾਰਾਜ ਕਹਿੰਦੇ ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਬਾਰਾਬਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਬਈ ਗੁਰੂ ਨੂੰ ਪੁੱਛ ਕੇ ਲਿਖ ਸਿਫਤ ਸਲਾਹ, ਮਾਲਕ ਦੀ ਸਿਫਤ ਸਲਾਹ ਕਰੋ, ਮਾਲਕ ਦੇ ਗੁਣ ਗਾਓ, ਉਹਦੀ ਵਡਿਆਈ ਕਰੋ। ਜਦੋਂ ਮਾਲਕ ਦੀ ਵਡਿਆਈ ਕਰਾਂਗੇ, ਉਹਦੀ ਸਿਫਤ ਸਲਾਹ ਕਰਾਂਗੇ, ਉਹਦੀ ਵਿਚਾਰ ਕਰਾਂਗੇ, ਤੇ ਫਿਰ ਸਾਡੇ ਅੰਦਰ ਜੋ ਨਾਮ ਗੋਬਿੰਦ ਤੋਂ ਪ੍ਰਗਟ ਹੋਏਗਾ ਉਹ ਸੱਚਾ ਨਿਸ਼ਾਨ, ਵੀ ਜਿਹਦੇ ਨਾਲ ਅਸੀਂ ਮੁਕਤ ਹੋਣਾ, ਜਿਹਦੇ ਨਾਲ ਅਸੀਂ ਅਮਰ ਪਦਵੀ ਸਾਨੂੰ ਪ੍ਰਾਪਤ ਹੋਣੀ ਨਾਮ ਦੇ ਨਾਲ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਤੁਸੀਂ ਇਹ ਲਿਖੋ ਵੀ ਚਿੱਤ ਨੂੰ ਲਿਖਾਰੀ ਬਣਾ ਕੇ, ਮਤ ਨੂੰ ਕਾਗਜ਼ ਬਣਾ ਕੇ, ਵੀ ਮਾਲਕ ਦੀ ਸਿਫਤ ਸਲਾਹ ਜਿਹੜੀ ਵਡਿਆਈ ਉਹ ਲਿਖੋ। ਜਦੋਂ ਉਹ ਲਿਖਾਂਗੇ ਅਸੀਂ ਲਿਖ ਲਿਖ ਕੇ ਫਿਰ ਅਸੀਂ ਆਪਦਾ ਜਿਹੜਾ ਉਹ ਹਿਰਦਾ ਸ਼ੁੱਧ ਕਰ ਲੈਣਾ। ਜਦੋਂ ਮਾਲਕ ਦੀ ਸਿਫਤ ਸਲਾਹ ਕਰਾਂਗੇ, ਉਹਦੇ ਗੁਣ ਗਾਵਾਂਗੇ, ਤੇ ਸਾਡਾ ਮਨ ਹੈ ਜਿਹੜਾ ਮਨ ਨਿਰਮਲ ਹੋ ਜਾਏਗਾ। ਸਾਡੀ ਜਿਹੜੀ ਕਰਨੀ ਉਹ ਕਰਨੀ ਨਿਰਮਲ ਹੋ ਜਾਏਗੀ। ਪਹਿਲਾਂ ਸਾਡੇ ਲੇਖ ਕਾਲੇ ਹੁੰਦੇ, ਤੇ ਜਦੋਂ ਅਸੀਂ ਮਾਲਕ ਦੀ ਸਿਫਤ ਸਲਾਹ ਲਿਖਣੀ ਸ਼ੁਰੂ ਕਰਤੀ, ਉਹਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ, ਤੇ ਸਾਡੇ ਮਨ ਨੇ ਨਿਰਮਲ ਹੋ ਜਾਣਾ, ਪਵਿੱਤਰ ਹੋ ਜਾਣਾ। ਸੋ ਇਹ ਫਿਰ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਧਰਮ ਮਾਲਕ ਦੀ ਸਿਫਤ ਸਲਾਹ ਕਰਨੀ, ਵਡਿਆਈ ਕਰਨੀ। ਤਾਈਓ ਮਹਾਰਾਜ ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਜਦੋਂ ਅਸੀਂ ਮਾਲਕ ਦਾ ਸਿਮਰਨ ਕਰਾਂਗੇ, ਸਾਡੀ ਕਰਨੀ ਨਿਰਮਲ ਹੋ ਜਾਏਗੀ, ਸਾਡਾ ਮਨ ਨਿਰਮਲ ਹੋ ਜਾਏਗਾ। ਜਦੋਂ ਸਾਡਾ ਮਨ ਨਿਰਮਲ ਹੋ ਗਿਆ, ਫਿਰ ਇਹ ਨਿਰਮਲ ਮਨ ਦੀ ਨਿਸ਼ਾਨੀ, ਫਿਰ ਇਹ ਕਾਲੇ ਲੇਖ ਨਹੀਂ ਲਿਖਦਾ। ਨਿਰਮਲ ਮਨ ਹੈ ਜਿਹੜਾ, ਇਹ ਫਿਰ ਪਰਉਪਕਾਰੀ ਹੋ ਜਾਂਦਾ, ਦਿਆਲੂ ਹੋ ਜਾਂਦਾ, ਕਿਰਪਾਲੂ ਹੋ ਜਾਂਦਾ। ਇਹਦੇ ਵਿੱਚ ਨਿਰਮਲ ਮਨ ਦੇ ਮਾਲਕ ਵਾਲੇ ਗੁਣ ਆ ਜਾਂਦੇ, ਪਰਮਾਤਮਾ ਦੇ ਗੁਣ। ਇਸੇ ਕਰਕੇ ਜਿਹੜੇ ਗੁਰਮੁਖ ਸੰਤ ਸਾਧੂ ਗੁਰਸਿੱਖ ਹੁੰਦੇ, ਉਹਨਾਂ ਦੇ ਵਿੱਚ ਜਿਹੜੇ ਪਰਮਾਤਮਾ ਅਕਾਲ ਪੁਰਖ ਵਾਲੇ ਗੁਣ, ਉਹ ਗੁਣ ਉਹਨਾਂ ਦੇ ਵਿੱਚ ਆ ਜਾਂਦੇ ਨੇ। ਜਿਵੇਂ ਮਾਲਕ ਦਿਆਲੂ ਹੈ, ਉਹ ਵੀ ਦਿਆਲੂ ਹੁੰਦੇ। ਪਰਮਾਤਮਾ ਕਿਸੇ ਦੇ ਔਗਣ ਨਹੀਂ ਤੱਕਦਾ, ਉਹ ਵੀ ਨਹੀਂ ਕਿਸੇ ਦੇ ਔਗਣ ਤੱਕਦੇ, ਦੇਖਦੇ ਨਹੀਂ। ਮਾਲਕ ਪਰਉਪਕਾਰੀ ਹੈ, ਉਹ ਵੀ ਪਰਉਪਕਾਰੀ ਹੋ ਜਾਂਦੇ।
ਉਹ ਸਾਡੇ ਜੀਵਾਂ 'ਤੇ ਪਰਉਪਕਾਰ ਕਰਦੀ। ਜਦੋਂ ਆਪ ਅਸੀਂ ਸਿਮਰਨ ਕਰਾਂਗੇ ਤੇ ਸਾਡੇ ਵਿੱਚ ਉਹ ਪਰਉਪਕਾਰੀ ਜਿਹੜਾ ਗੁਣ, ਮਾਲਕ ਦਾ ਗੁਣ ਸਾਡੇ ਅੰਦਰ ਆ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰੇ ਸੇ ਜਨ ਪਰਉਪਕਾਰੀ। ਵੀ ਉਹ ਜਨ ਪਰਉਪਕਾਰੀ ਹੋ ਜਾਂਦੇ। ਪਰਉਪਕਾਰ ਕੀ ਕਰਦੇ? ਵੀ ਸਾਨੂੰ ਭੁੱਲੇ ਹੋਏ ਜੀਵਾਂ ਨੂੰ ਭੇਦ ਦਿੰਦੇ ਸਾਰਾ। ਸਾਨੂੰ ਤਾਂ ਆਪਦੇ ਆਪ ਹੀ ਭੇਦ ਹੀ ਨਹੀਂ ਆਉਂਦਾ। ਬਈ ਜਿਵੇਂ ਹੁਣ ਜੀਵ ਪਰਮਾਤਮਾ ਨੂੰ ਦੋਸ਼ ਦੇਈ ਜਾਂਦੇ, ਆਪਾਂ ਦੇਖਦੇ ਹੀ ਆਮ ਸੰਸਾਰ 'ਚ ਵੀ ਮਾਲਕ ਨੂੰ ਹੀ ਦੋਸ਼ ਦਿੰਦਾ ਉਹ, ਬਈ ਮੇਰੀ ਕਿਸਮਤ ਮਾੜੀ, ਮੇਰੇ ਲੇਖ ਮਾੜੇ ਜੀ। ਤੇ ਇਹ ਨਹੀਂ ਪਤਾ ਵੀ ਲੇਖ ਤਾਂ ਅਸੀਂ ਆਪ ਹੀ ਲਿਖਦੇ, ਆਪਦੇ ਖਿਲਾਫ ਤਾਂ ਅਸੀਂ ਆਪ ਹੀ ਲਿਖੀ ਜਾ ਰਹੇ ਹਾਂ। ਤਾਂਹੀਓ ਫਿਰ ਮਹਾਰਾਜ ਕਹਿੰਦੇ ਇਹਦੇ ਵਿੱਚ ਕਿਸੇ ਹੋਰ ਦਾ ਦੋਸ਼ ਨਹੀਂ ਹੈ। ਸੰਸਾਰ ਦੇ ਵਿੱਚ ਜੀਵ ਜਦੋਂ ਆਪਦੀ ਮੱਤ ਵਰਤਦਾ, ਸਤ ਸੰਗਤ ਨਹੀਂ ਕਰਦਾ, ਉਹ ਹਮੇਸ਼ਾ ਦੋਸ਼ ਦੂਜਿਆਂ ਨੂੰ ਦਿੰਦਾ। ਬਈ ਜੇ ਮੈਂ ਦੁਖੀ ਹਾਂ ਤੇ ਮੈਂ ਫਲਾਣੇ ਬੰਦੇ ਕਰਕੇ ਦੁਖੀ ਹਾਂ, ਜਾਂ ਮੈਂ ਆਪਦੇ ਮਾਂ ਪਿਓ ਕਰਕੇ ਦੁਖੀ ਹਾਂ, ਜਾਂ ਮੈਂ ਆਪਦੇ ਧੀਆਂ ਪੁੱਤਰਾਂ ਕਰਕੇ ਦੁਖੀ ਹਾਂ, ਜਾਂ ਮੈਂ ਆਪਦੇ ਭੈਣ ਭਰਾ ਕਰਕੇ ਦੁਖੀ ਹਾਂ। ਉਹ ਦੋਸ਼ ਆਪਦਾ ਨਹੀਂ ਮੰਨਦਾ, ਉਹ ਹਮੇਸ਼ਾ ਦੋਸ਼ ਦੂਸਰੇ ਨੂੰ ਦਿੰਦਾ। ਜਾਂ ਮੈਂ ਰੱਬ ਕਰਕੇ ਦੁਖੀ ਹਾਂ, ਹੋਰ ਨਹੀਂ ਕਿਸੇ ਨੂੰ, ਤੇ ਰੱਬ ਨੂੰ ਦੋਸ਼ ਦੇ ਦੇ। ਤੇ ਸਤਿਗੁਰੂ ਕਹਿੰਦੇ ਦੋਸ਼ ਕਿਸੇ ਦਾ ਨਹੀਂ, ਦੋਸ਼ ਤੇਰਾ ਆਪਦਾ ਹੈ। ਤੂੰ ਅੰਧ ਗਿਆਨੀ ਹੋਇਆ, ਤੂੰ ਮੂਰਖ ਬਣਿਆ ਹੋਇਆ, ਤੂੰ ਸੋਝੀ ਕਿਉਂ ਨਹੀਂ ਲੈਂਦਾ, ਤੂੰ ਸਤਸੰਗਤ ਕਿਉਂ ਨਹੀਂ ਕਰਦਾ। ਇਸ ਲਈ ਫਰਮਾਉਂਦੇ ਦਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਬਈ ਹੋਰ ਦਾ ਤੇਰਾ ਕਿਸੇ ਨੂੰ ਦੋਸ਼ ਦੇਣਾ ਹੀ ਵਿਅਰਥ ਹੈ, ਤੇਰੀ ਮੂਰਖਤਾ ਹੈ। ਵੀ ਤੂੰ ਕਿਸੇ ਹੋਰ ਨੂੰ ਦੋਸ਼ ਦੇ ਰਿਹਾ, ਦੋਸ਼ ਤਾਂ ਤੇਰਾ ਆਪਦਾ ਕਰਮਾਂ ਦਾ। ਕਰਮ ਕੀ? ਜਿਹੜੇ ਤੂੰ ਕਰ ਰਿਹਾ, ਜਿਹੜੇ ਤੂੰ ਲਿਖ ਰਿਹਾ ਆਪਦੇ ਲੇਖ, ਇਹ ਤੇਰੇ ਕਰਮ ਨੇ। ਜਿਵੇਂ ਹੁਣ ਜੋ ਅਸੀਂ ਕਰ ਰਹੇ ਹਾਂ ਉਹੀਓ ਸਾਡੇ ਕਰਮ ਬਣਦੇ ਜਾਂਦੇ। ਮਨ ਦੇ ਕਰਮ ਕੀ ਹੈ? ਵਿਚਾਰ ਫੁਰਨੇ, ਇਹ ਸਾਡੇ ਕਰਮ ਨੇ। ਹੁਣ ਤੁਸੀਂ ਕਿਸੇ ਬਾਰੇ ਮਾੜਾ ਸੋਚੋਗੇ ਤੇ ਉਹੀਓ ਸਾਡਾ ਕਰਮ ਬਣ ਗਿਆ। ਅਸੀਂ ਕਿਸੇ ਬਾਰੇ ਮਾੜਾ ਸੋਚੀਏ, ਕਿਸੇ ਦਾ ਬੁਰਾ ਸੋਚੀਏ, ਉਹ ਕਿਸੇ ਦਾ ਤਾਂ ਹੋਣਾ ਨਹੀਂ, ਸਾਡਾ ਆਪਦਾ ਤਾਂ ਹੋ ਹੀ ਗਿਆ। ਜਦੋਂ ਅਸੀਂ ਸੋਚ ਲਿਆ ਹੋ ਗਿਆ ਸਾਡਾ। ਉਹੀਓ ਮਨ ਤੇ ਆਪਣੇ ਮੈਲ ਚੜ੍ਹ ਗਈ, ਉਹੀਓ ਸਾਡਾ ਕਰਮ ਬਣ ਗਿਆ। ਇਸ ਲਈ ਸਾਨੂੰ ਸਤਿਗੁਰੂ ਬੜਾ ਸੌਖਾ ਕਰਕੇ ਸਮਝਾਉਂਦੇ ਗੁਰੂ ਅਰਜਨ ਦੇਵ ਜੀ, ਬਈ ਤੁਹਾਡਾ ਕਰਮ ਇਸ ਤਰ੍ਹਾਂ ਬਣਦਾ ਵੀ ਤੁਸੀਂ ਕਿਸੇ ਦਾ ਬੁਰਾ ਸੋਚਦੇ ਹੋ, ਤੁਹਾਡਾ ਕਰਮ ਬਣ ਗਿਆ। ਤੁਸੀਂ ਕਿਸੇ ਦਾ ਬੁਰਾ ਨਾ ਸੋਚੋ ਤੇ ਤੁਸੀਂ ਦੁਖੀ ਨਹੀਂ ਹੋਵੋਗੇ, ਕਦੇ ਵੀ ਤੁਹਾਨੂੰ ਦੁੱਖ ਨਹੀਂ ਹੋਏਗਾ। ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਜ਼, ਤੁਮ ਕੋ ਦੁੱਖ ਨਹੀਂ ਭਾਈ ਮੀਤ। ਵੀ ਇਹ ਭਾਈਓ ਤੁਹਾਨੂੰ ਕਦੇ ਦੁੱਖ ਨਹੀਂ ਹੋਏਗਾ, ਤੁਸੀਂ ਕਿਸੇ ਦਾ ਬੁਰਾ ਸੋਚੋ ਹੀ ਨਹੀਂ। ਜਦੋਂ ਤੁਸੀਂ ਚਿੱਤ 'ਚ ਕਿਸੇ ਦਾ ਬੁਰਾ ਲਿਆਉਂਦੇ ਹੋ ਤੇ ਤੁਹਾਡਾ ਪਹਿਲਾਂ ਹੋ ਜਾਂਦਾ, ਕਿਉਂਕਿ ਉਹੀਓ ਸਾਡਾ ਕਰਮ ਬਣ ਗਿਆ। ਜਦੋਂ ਅਸੀਂ ਕਿਸੇ ਦਾ ਮਾੜਾ ਸੋਚਾਂਗੇ ਤੇ ਉਹ ਸਾਡਾ ਕਰਮ ਬਣ ਗਿਆ, ਤੇ ਉਹ ਕਰਮ ਬਣ ਕੇ ਸਾਡਾ ਅੱਗੇ ਉਹ ਆ ਜਾਂਦਾ ਹੈ। ਸੋ ਇਸ ਵਾਸਤੇ ਫਿਰ ਇਹਨਾਂ ਕਰਮਾਂ ਦਾ ਦੋਸ਼ ਹੈ। ਤਾਂ ਮਾਰੇ ਕਹਿੰਦੇ ਦਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣੇ, ਵੀ ਤੁਹਾਡੇ ਕਰਮਾਂ ਦਾ ਦੋਸ਼ ਆਪਦਾ। ਤੇ ਕਰਮ ਕਿਹਨੇ ਬਣਾਏ? ਵੀ ਤੁਸੀਂ ਆਪ। ਵੀ ਕਿਸੇ ਦਾ ਮਾੜਾ ਸੋਚ ਕੇ, ਬੁਰਾ ਸੋਚ ਕੇ, ਕਿਸੇ ਨਾਲ ਈਰਖਾ ਨਫ਼ਰਤ ਕਰਕੇ, ਕਿਸੇ ਦੀ ਨਿੰਦਿਆ ਕਰਕੇ, ਉਹ ਤੁਹਾਡੇ ਕਰਮ ਬਣ ਗਏ। ਤੇ ਉਹ ਕਰਮ ਤੁਹਾਡੇ ਹੁਣ ਤੁਹਾਨੂੰ ਦੁੱਖ ਦਿੰਦੇ ਨੇ, ਉਹ ਤੁਹਾਡੇ ਕਰਮਾਂ ਦਾ ਦੋਸ਼ ਹੈ। ਤੇ ਫਿਰ ਤੁਸੀਂ ਆਪਦਾ ਦੋਸ਼ ਮੰਨਦੇ ਨਹੀਂ, ਤੁਸੀਂ ਦੋਸ਼ ਕਿਸੇ ਹੋਰ ਨੂੰ ਦਿੰਦੇ ਹੋ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਹੋਰ ਨਹੀਂ ਕਿਸੇ ਦਾ, ਇਹ ਸਾਡਾ ਆਪਦਾ ਹੀ ਦੋਸ਼ ਹੈ। ਇਸ ਕਰਕੇ ਤੁਸੀਂ ਆਪਦੇ ਕਰਮ ਸਹੀ ਕਰੋ। ਕਰਮ ਕੀ? ਵੀ ਤੁਸੀਂ ਆਪਦੇ ਵਿਚਾਰਾਂ ਨੂੰ, ਫੁਰਨਿਆਂ ਨੂੰ ਛੱਡ ਕੇ ਤੁਸੀਂ ਸਿਮਰਨ ਕਰੋ। ਜਦੋਂ ਅਸੀਂ ਸਿਮਰਨ ਕਰਾਂਗੇ ਉਹ ਸਾਡੇ ਕਰਮ ਜਿਹੜੇ ਉਹ ਚੰਗੇ ਲੱਗ ਜਾਣਗੇ। ਜਦੋਂ ਅਸੀਂ ਵਿਚਾਰ ਹੀ ਛੱਡਤੇ, ਫੁਰਨੇ ਹੀ ਛੱਡਤੇ, ਤੇ ਉਹ ਸਾਡੇ ਕਰਮ ਬਣਨੇ ਹੀ ਨਹੀਂ ਵੀ ਜਿਹੜੇ ਸਾਨੂੰ ਦੁੱਖ ਦੇਣ। ਦੁੱਖ ਦਾ ਕਾਰਨ ਕੀ ਹੈ? ਵਿਚਾਰ, ਫੁਰਨੇ। ਜਦੋਂ ਅਸੀਂ ਵਿਚਾਰ ਲੈਂਦੇ ਹਾਂ ਉਹ ਵਿਚਾਰਾਂ 'ਚ ਦੁੱਖ, ਫੁਰਨਿਆਂ ਦੇ ਵਿੱਚ ਦੁੱਖ।
ਤੇ ਆਪਾਂ ਨੂੰ ਮਹਾਰਾਜ ਕਹਿੰਦੇ ਵਿਚਾਰ ਹੀ ਛੱਡੋ, ਫੁਰਨੇ ਹੀ ਛੱਡੋ। ਤੁਸੀਂ ਇਹਨਾਂ ਵਿਚਾਰਾਂ ਫੁਰਨਿਆਂ ਤੋਂ ਉੱਪਰ ਉੱਠੋ। ਹੁਣ ਇਹ ਵਿਚਾਰ ਫੁਰਨੇ ਸਾਡੇ ਗੱਲਾਂ ਬਾਤਾਂ ਨਾਲ ਤਾਂ ਰੁਕਦੇ ਨਹੀਂ, ਇਹਦੇ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ, ਗੁਰੂ ਦੀ ਮੱਤ ਲੈਣੀ ਪੈਂਦੀ, ਫਿਰ ਸਾਡੇ ਵਿਚਾਰ, ਫਿਰ ਇਹ ਫੁਰਨੇ ਰੁਕਦੇ। ਆਹੋ ਹੁਣ ਇਹਨਾਂ ਵਿਚਾਰਾਂ ਨੂੰ ਰੋਕਣ ਵਾਸਤੇ ਜੋ ਮਹਾਰਾਜ ਆਪਾਂ ਨੂੰ ਅਹਿਸਾਸ ਕੇ ਰਸ ਸਿਮਰਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਜਦੋਂ ਆਪਾਂ ਕੋਈ ਸਿਮਰਨ ਕਰਦੇ, ਇਹ ਸਿਮਰਨ ਕਰਨ ਦੇ ਨਾਲ ਸਾਡੇ ਵਿਚਾਰ ਫੁਰਨੇ ਰੁਕਦੇ। ਜਦੋਂ ਆਪਣੇ ਵਿਚਾਰ ਫੁਰਨੇ ਰੁਕ ਗਏ ਆਪਾਂ ਉਦੋਂ ਸੁਖੀ ਹੋ ਜਾਣਾ। ਦੁੱਖ ਦਾ ਕਾਰਨ ਹੈ ਵਿਚਾਰ ਫੁਰਨੇ। ਤੇ ਆਪਾਂ ਨੂੰ ਗੁਰਬਾਣੀ 'ਚ ਇੱਕੋ ਸ਼ਬਦ 'ਚ ਹੀ ਗੁਰੂ ਨਾਨਕ ਦੇਵ ਜੀ ਨੇ ਕਲੀਅਰ ਕਰ ਦਿੱਤਾ ਵੀ ਇਹ ਤੁਸੀਂ ਆਪਦੇ ਵਿਚਾਰ ਮਾਰ ਲਓ। ਜੇ ਤੁਸੀਂ ਵਿਚਾਰ ਮਾਰ ਲਓਗੇ ਤੁਸੀਂ ਆਪ ਵੀ ਤਰ ਜਾਓਗੇ, ਤੁਸੀਂ ਨਾਲ ਆਪਣੇ ਹੋਰ ਸੰਗੀ ਸਾਥੀ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਵੀ ਨਾਲ ਤਾਰ ਸਕਦੇ ਹੋ ਤੇ ਦੁਬਾਰਾ ਉਲਟ ਕੇ ਤੁਸੀਂ ਜੂਨਾਂ 'ਚ ਨਹੀਂ ਆਓਗੇ। ਮਹਾਰਾਜ ਮੋਹਰ ਲਾਉਂਦੇ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ। ਵੀ ਤੁਸੀਂ ਉਲਟ ਕੇ ਜੂਨਾਂ 'ਚ ਨਹੀਂ ਆਓਗੇ, ਤੁਸੀਂ ਆਪਣੇ ਵਿਚਾਰ ਮਾਰ ਲਓ, ਤੁਸੀਂ ਆਪ ਵੀ ਤਰ ਜਾਓਗੇ ਤੇ ਨਾਲ ਤਾਰ ਵੀ ਲਾਓਗੇ ਹੋਰਾਂ ਨੂੰ। ਇਹ ਹੁਣ ਆਪਣੇ ਤੇ ਮਨਸਰ ਵਿਚਾਰ ਆਪਣੇ ਤੇ ਮਾਰਨੇ ਵੀ ਆਪ ਹੀ ਪੈਂਦੇ ਨੇ।
ਗੁਰਮੁਖਾਂ ਨੇ ਆਪਾਂ ਨੂੰ ਵਿਧੀ ਤਰੀਕਾ ਦੱਸਣਾ, ਜੁਗਤੀ ਦੱਸਣੀ, ਕਰਨਾ ਸਾਨੂੰ ਆਪ ਨੂੰ ਹੀ ਪੈਣਾ। ਉਹ ਹੁਣ ਆਪਣੇ ਤੇ ਮਨਸਰ ਹੈ ਵੀ ਅਸੀਂ ਕਿੰਨਾ ਕੁ ਕਰਦੇ ਹਾਂ। ਜਿੰਨਾ ਆਪਾਂ ਕਰਾਂਗੇ ਆਪਾਂ ਨੂੰ ਹੀ ਲਾਹ, ਉਨੇ ਹੀ ਸਾਡੇ ਵਿਚਾਰ ਮਰ ਜਾਣਗੇ। ਜਿੰਨੇ ਵਿਚਾਰ ਮਰ ਗਏ ਉਨੇ ਹੀ ਅਸੀਂ ਸੁਖੀ ਹੋ ਜਾਣ। ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਇਹ ਕਮਾਈ ਹੈ ਆਪਣੀ ਨਿੱਜੀ, ਇਹਦੇ ਵਿੱਚ ਮਹਾਰਾਜ ਕਹਿੰਦੇ ਆਲਕ ਨਾ ਕਰੋ, ਇਹਦੇ ਵਿੱਚ ਦਲਿੱਦਰ ਨਾ ਕਰੋ, ਇਹਦੇ 'ਚ ਆਲਸ ਨਾ ਕਰੋ। ਵੀ ਜਿਹੜਾ ਕੰਮ ਕਰਨ ਦੇ ਨਾਲ ਅਸੀਂ ਸਦਾ ਸੁਖੀ ਹੋਣਾ, ਇਸ ਲੋਕ 'ਚ ਵੀ ਸੁਖੀ ਤੇ ਆਪਦੇ ਘਰ ਪਰਲੋਕ 'ਚ ਵੀ ਸੁਖੀ, ਸਾਨੂੰ ਉੱਥੇ ਦਰਗਾਹ 'ਚ ਥਾਂ ਮਿਲਣੀ, ਵੀ ਉਹਦੇ ਵਿੱਚ ਤੁਸੀਂ ਢਿੱਲ ਨਾ ਵਰਤੋ, ਉਹਦੇ 'ਚ ਆਲਸ ਨਾ ਕਰੋ। ਹੋਰ ਸੰਸਾਰ ਦਾ ਤਾਂ ਘੱਟ ਵੀ ਕਰ ਲਓ ਤਾਂ ਵੀ ਕੀ ਫਰਕ ਪੈਂਦਾ, ਕਿਹੜਾ ਇੱਥੋਂ ਕੁਛ ਨਾਲ ਲੈ ਜਾਣਾ। ਸਵੇਰ ਤੋਂ ਜਿਹੜਾ ਹੁਣ ਰਾਤ ਤੱਕ ਆਪਾਂ ਕੀਤਾ ਸਭ ਇੱਥੇ ਹੀ ਧਰ ਜਾਣਾ, ਇੱਥੋਂ ਕੁਛ ਵੀ ਨਾਲ ਨਹੀਂ ਲਿਜਾ ਸਕਦੇ। ਰੋਜ਼ ਦੀ ਰੋਜ਼ ਦਾ ਖੇਲ ਹੈ। ਜੇ ਹੁਣ ਆਪਾਂ ਸਵੇਰ ਤੋਂ ਸ਼ਾਮ ਤੱਕ ਦਾ ਨਹੀਂ ਲਿਜਾ ਸਕਦੇ ਤੇ ਜਿਹੜਾ ਸਾਰੀ ਉਮਰ ਦਾ ਇਕੱਠਾ ਕੀਤਾ ਉਹ ਕਦੋਂ ਲੈ ਜਾਵਾਂਗੇ ਰਾਤ, ਜਦੋਂ ਸਾਡਾ ਸਦਾ ਵਾਸਤੇ ਸਮਾਂ ਖਤਮ ਹੋ ਗਿਆ। ਸੋ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਉਹ ਧਨ ਨਾਲ ਨਾਲ ਇਕੱਠਾ ਕਰੋ ਜਿਹੜਾ ਤੁਸੀਂ ਪੱਲੇ ਬੰਨ੍ਹ ਕੇ ਨਾਲ ਲਿਜਾ ਸਕਦੇ। ਇਸ ਲਈ ਫਰਮਾਉਂਦੇ ਆਪਣੇ ਕਾਰਜ ਕੋ ਕਿਉਂ ਲਕਾਈਏ, ਜਿਤ ਸਿਮਰਤ ਦਰਗਹਿ ਮੁਖ ਉਜਲ, ਸਦਾ ਸਦਾ ਸੁਖ ਪਾਈਏ। ਵੀ ਜਿਹੜਾ ਆਪਣਾ ਕਾਰਜ ਅਸਲ ਉਹਦੇ ਵਿੱਚ ਕਾਹਦਾ ਹਲਕਾ, ਕਾਹਦੀ ਆਲਸ, ਕਾਹਦਾ ਦਲਿੱਦਰ ਕਰਨਾ, ਉਹਦੇ ਵਿੱਚ ਕਾਹਤੋਂ ਢਿੱਲ ਵਰਤਦੇ ਹੋ। ਵੀ ਹੋਰ ਦਾ ਘੱਟ ਵੀ ਕਰ ਲਓ ਕੀ ਫਰਕ ਪੈਂਦਾ, ਵੰਗਾਰ ਚਾਹੇ ਘੱਟ ਕਰ ਲਓ ਵੱਧ ਕਰ ਲਓ, ਇੱਥੋਂ ਵੰਗਾਰੀਏ ਨੇ ਵੰਗਾਰੀ ਕਰਨੀ, ਕੁਛ ਨਾਲ ਨਹੀਂ ਲਈ ਜਾਣਾ। ਸੋ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਨਾਲ ਨਾਲ ਇਹ ਆਪਦਾ ਘਰ ਦਾ ਵੀ ਕਰੋ, ਵੀ ਇਹ ਨਾ ਹੋਵੇ ਨਿਰੀ ਪੂਰੀ ਅਸੀਂ ਵੰਗਾਰੀ ਕੀਤੀ ਜਾਈਏ, ਘਰ ਦਾ ਕਰੀਏ ਹੀ ਨਾ, ਤੇ ਫਿਰ ਅਸੀਂ ਭੁੱਖੇ ਕੀ ਖਾਵਾਂਗੇ। ਹੁਣ ਵੱਤਰ ਜੇ ਹੁਣ ਨਾਮ ਦੀ ਖੇਤੀ ਨਾ ਕੀਤੀ ਤੇ ਅੱਗੇ ਭੁੱਖੇ ਰਵਾਂਗੇ। ਫਿਰ ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖ ਅੱਗੇ ਖਾਈ। ਜਿਵੇਂ ਹੁਣ ਸੰਸਾਰੀ ਜੀਵ ਕਮਾਈ ਕਰਦਾ ਵੀ ਪਹਿਲਾਂ ਮੈਂ ਚਲੋ ਕੁਝ ਨਾ ਕੁਝ ਜੋੜ ਕੇ ਰੱਖ ਲਾਂ, ਜਦੋਂ ਵਡੇਪਾ ਆਊ ਫਿਰ ਅੱਗੇ ਕੰਮ ਆਜੂ, ਬਹਿ ਕੇ ਖਾ ਲਾਂਗੇ। ਸੋ ਇਸੇ ਤਰ੍ਹਾਂ ਹੀ ਹੁਣ ਸਾਡੇ ਮਨ ਵਾਸਤੇ ਕਮਾਈ ਹੈ, ਜੇ ਅਸੀਂ ਕੀਤੀ ਹੋਏਗੀ ਤੇ ਅਸੀਂ ਸੁਖੀ ਹੋ ਜਾਵਾਂਗੇ, ਜੇ ਨਹੀਂ ਕਰਾਂਗੇ ਤੇ ਫਿਰ ਅਸੀਂ ਦੁਖੀ ਰਵਾਂਗੇ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਇਹਦੇ ਵਿੱਚ ਆਲਸ ਨਹੀਂ ਕਰਨੀ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਪੜ੍ਹ ਕੇ ਵਿਚਾਰਨਾ, ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ, ਵਾਰ-ਵਾਰ ਆਪਾਂ ਸਤਿਗੁਰਾਂ ਦੀ ਜੋ ਵਿਚਾਰ ਕਰਦੇ ਨੂੰ ਸੁਣਾਂਗੇ, ਸਾਡੇ ਹਿਰਦੇ 'ਚ ਵਸੇਗੀ। ਜਦੋਂ ਸਾਡੇ ਹਿਰਦੇ 'ਚ ਵਸੇਗੀ ਫਿਰ ਅਸੀਂ ਵੱਜਾਂਗੇ ਨਹੀਂ ਇੱਧਰ ਭਰਮ ਦੇ ਵਿੱਚ, ਫਿਰ ਅਸੀਂ ਦੁਖੀ ਨਹੀਂ ਹੋਵਾਂਗੇ। ਦੁੱਖ ਦਾ ਕਾਰਨ ਇਹੀ ਹੈ ਸਾਡੀ ਅਗਿਆਨਤਾ, ਸਾਨੂੰ ਗਿਆਨ ਨਹੀਂ। ਜਦੋਂ ਗਿਆਨ ਸਾਡੇ ਹਿਰਦੇ 'ਚ ਨਹੀਂ ਵਸਦਾ ਫਿਰ ਅਸੀਂ ਦੁਖੀ ਹੁੰਦੇ ਹਾਂ, ਛੋਟੀ ਛੋਟੀ ਗੱਲ ਤੇ ਸਾਨੂੰ ਦੁੱਖ ਹੁੰਦਾ ਹੈ। ਤੇ ਜੇ ਗਿਆਨ ਸਾਡੇ ਹਿਰਦੇ 'ਚ ਵਸ ਜੇਗਾ ਤੇ ਅਸੀਂ ਸਦਾ ਲਈ ਸੁਖੀ ਹੋ ਜਾਣਾ, ਸਾਡੇ ਮਨ ਨੇ ਸ਼ੀਤਲ ਹੋ ਜਾਣਾ, ਠੰਡਾ ਹੋ ਜਾਣਾ। ਫਿਰ ਇਹ ਤਪੇਗਾ, ਚਾਹੇ ਚੰਗਾ ਹੋਈ ਜਾਏ ਚਾਹੇ ਮਾੜਾ ਹੋਈ ਜਾਏ, ਆਪਾਂ ਨੂੰ ਨਹੀਂ ਕੋਈ ਦੁੱਖ ਹੋਏਗਾ। ਤਾਈਓਂ ਮਹਾਰਾਜ ਕਹਿੰਦੇ ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਵੀ ਸਾਡਾ ਮਨ ਸੀਤਲ ਹੋ ਗਿਆ ਜਦੋਂ ਸਾਨੂੰ ਇਹ ਬ੍ਰਹਮ ਦਾ ਗਿਆਨ ਹੋ ਗਿਆ। ਸਾਰਾ ਸੰਸਾਰ ਇਹ ਦੁਰਮਤ ਦੀ ਅਗਨ 'ਚ ਜਲ ਰਿਹਾ, ਵੈਰ ਵਿਰੋਧ 'ਚ ਜਲ ਰਿਹਾ, ਪਰ ਆਪਾਂ ਨੂੰ ਇਹ ਪਾਣੀ ਵਰਗੀ ਠੰਡੀ ਲੱਗੇਗੀ, ਆਪਾਂ ਨਹੀਂ ਛੱਡਾਂਗੇ ਜਦੋਂ ਇਹ ਸਾਨੂੰ ਗਿਆਨ ਸਾਡੇ ਹਿਰਦੇ 'ਚ ਵਸ ਜੇਗਾ। ਤੇ ਜੇ ਅਸੀਂ ਦੁਖੀ ਹਾਂ, ਸਮਝ ਲਓ ਵੀ ਸਾਨੂੰ ਇਹ ਗਿਆਨ ਹੋਇਆ, ਅਸੀਂ ਤਾਂ ਦੁਖੀ ਹਾਂ, ਆਪਦੀ ਅਗਿਆਨਤਾ ਕਰਕੇ ਅਸੀਂ ਦੁਖੀ ਹਾਂ। ਸੋ ਇਸ ਵਾਸਤੇ ਫਿਰ ਇਹ ਆਪਾਂ ਸਤ ਸੰਗਤ ਕਰਕੇ ਵੱਧ ਤੋਂ ਵੱਧ ਆਪਣੇ ਜੀਵਨ ਦਾ ਲਾਹਾ ਲੈਣਾ ਹੈ। ਬਾਕੀ ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਆਪਣੇ ਜੀਵਨ ਦਾ ਅਸਲ ਮਕਸਦ ਵਾਹਿਗੁਰੂ ਨੂੰ ਮਿਲਣਾ, ਕਿਵੇਂ ਆਪਾਂ ਮਿਲ ਸਕਦੇ, ਆਪਦੇ ਜੀਵਨ ਦਾ ਲਾਹਾ ਕੱਟ ਸਕਦੇ ਹਾਂ, ਉਹੀਓ ਆਪਾਂ ਨੂੰ ਸਾਰਾ ਗੁਰਮੁਖਾਂ ਨੇ ਗੁਰਬਾਣੀ ਗੁਰੂ ਦੁਆਰਾ ਭੇਜ ਦਿੱਤਾ।
ਤੇ ਇਸ ਭੇਦ ਨੂੰ ਲੈ ਕੇ ਆਪਾਂ ਵੀ ਵਾਹਿਗੁਰੂ ਨੂੰ ਮਿਲ ਸਕਦੇ ਹਾਂ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ